ਪੁਲਿਸ ਲਾਈਨ ਮੋਗਾ ਵਿਖੇ ਉੱਘੇ ਸਾਹਿਤਕਾਰ ਡਾਕਟਰ ਸਰਜੀਤ ਦੌਧਰ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਡਿਪਰੈਸ਼ਨ ਦੇ ਵਿਸ਼ੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾਕਟਰ ਸਰਜੀਤ ਸਿੰਘ ਦੌਧਰ ਨੇ ਡਿਪਰੈਸ਼ਨ ਦੇ ਕਾਰਨ ਅਤੇ ਉਹਨਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਉਦਾਸ ਰਹਿਣਾ, ਨਿਰਾਸ਼ ਹੋਏ ਜੇ ਰਹਿਣਾ ਸਾਰਾ ਦਿਨ। ਜੇ ਕਿਸੇ ਨੇ ਪੁੱਛ ਲਿਆ ਕੀ ਹਾਲ ਆ, ਬਸ ਯਾਰ ਦਿਨ ਜੇ ਕੱਢੀ ਜਾਂਦੇ ਆ, ਦੁਰ ਲਾਣਤ ਯਾਰ, ਮਸਾਂ ਮਿਲਿਆ ਸਾਨੂੰ ਜੀਵਨ ਇਹ। ਯਾਰ ਬੀ ਹੈਪੀ, ਖੁਸ਼ ਰਹੋ, ਹਰ ਸਮੇਂ ਖੁਸ਼ ਰਹੋ। ਜੇ ਕੋਈ ਪੁੱਛਦਾ ਓਪਟੀਮਿਸਟਿਕ ਬਣੋ, ਵੀ ਪੁੱਛਦਾ ਕੀ ਹਾਲ ਆ ਯਾਰ, ਚੜ੍ਹਦੀ ਕਲਾ 'ਚ, ਬਿਲਕੁਲ ਠੀਕ ਠਾਕ ਆ, ਫਿੱਟ ਫਾਰਾ। 50% ਡਿਪਰੈਸ਼ਨ ਤੁਹਾਡਾ ਭਾਜੂ ਤੁਹਾਡੇ ਕੋਲ। ਜਦੋਂ ਸੋਚੀ ਜਾਣਾ, ਉਦਾਸੀ ਦੀਆਂ ਹੀ ਗੱਲਾਂ ਕਰੀ ਜਾਣੀਆਂ, ਨਿਰਾਸ਼ਤਾ ਦੀਆਂ ਗੱਲਾਂ ਕਰੀ ਜਾਣੀਆਂ। ਸਰਦਾਰ ਦਲਜੀਤ ਸਿੰਘ ਨਾਲ ਮੈਂ ਗੱਲ ਕੀਤੀ ਸੀ, ਮੈਂ ਕਿਹਾ ਯਾਰ ਅੱਜ ਇੱਕ ਮਾਂ ਦਾ ਬੇਟਾ, ਬੱਚਿਆਂ ਦਾ ਬਾਪ, ਤੁਹਾਡੇ ਡਿਪਾਰਟਮੈਂਟ ਦਾ, ਫਿਰੋਜ਼ਪੁਰ ਦਾ ਮੁੰਡਾ ਡਿਪਰੈਸ਼ਨ ਵਿੱਚ ਆਇਆ ਕਰਕੇ ਮਰ ਗਿਆ। ਫਿਰ ਇਹ ਤਾਂ ਜ਼ਿੰਦਗੀ ਮਸਾਂ ਮਿਲੀ ਆ ਸਾਨੂੰ, ਇਹਨੂੰ ਅਸੀਂ ਹੱਸ ਕੇ ਨਗਾਈਏ। ਜਿਹੜਾ ਸੂਰਜ ਅੱਜ ਚੜ੍ਹ ਗਿਆ ਨਾ, ਇਹਨੇ ਆਥਣ ਨੂੰ ਛਿਪ ਜਾਣਾ। ਤੇ ਫਿਰ ਐਵੇਂ ਯਾਰ ਕਾਹਤੋਂ ਝੂਰਾ ਲਾਇਆ ਹੋਇਆ। ਅਸੀਂ ਕਹਿੰਦੇ ਹਾਂ ਵੀ ਸ਼ਹਿਰ ਦੇ ਦੇਸੇ 'ਚ ਕਾਜੀ ਮਰ ਗਿਆ, ਉਹ ਐਂ ਸੋਚਦਾ ਰਿਹਾ ਵੀ ਆਹ ਕੀ ਹੋ ਜੂ ਯਾਰ, ਹੁਣ ਕੀ ਹੋ ਜੂ। ਕੁਛ ਨਹੀਂ ਹੋਣਾ ਹੁੰਦਾ, ਕੁਛ ਵੀ ਨਹੀਂ ਹੋਣਾ ਹੁੰਦਾ। ਓਪਟੀਮਿਸਟਿਕ ਰਹੋ ਬਸ। ਜਦੋਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਨਾ, ਉਦੋਂ ਸਾਡਾ ਸਾਰਾ ਪਾਸਾ ਹੀ ਪਲਟ ਜਾਂਦਾ। ਮੇਰੇ ਕੋਲ ਇੱਕ ਮੁਲਾਜ਼ਮ ਆਇਆ ਤੁਹਾਡਾ, ਉਹ ਕਹਿੰਦਾ ਸਰ ਵੀ ਮੈਨੂੰ ਡਰ ਬੜਾ ਲੱਗਦਾ। ਮੈਂ ਕਿਹਾ ਯਾਰ ਤੂੰ ਸਾਰਿਆਂ ਨੂੰ ਤਾਂ ਡਰਾਈ ਜਾਂਦਾ ਵਰਦੀ ਪਾ ਕੇ। ਉਦੋਂ ਕਹਿੰਦਾ ਬਸ ਮੈਨੂੰ ਪਤਾ ਨਹੀਂ, ਮੈਂ ਕਹਿੰਦਾ ਵੀ ਜੇ ਮੈਂ ਇਕੱਲਾ ਗਿਆ ਨਾ ਮੇਰਾ ਐਕਸੀਡੈਂਟ ਹੋ ਜੂ। ਲੈ ਉਹਨੂੰ ਇਸ ਗੱਲ ਦਾ ਫੋਬੀਆ ਹੋ ਗਿਆ, ਵਹਿਮ ਹੋ ਗਿਆ ਕਿ ਮੇਰਾ ਐਕਸੀਡੈਂਟ ਹੋ ਜੂਗਾ। ਮੈਂ ਕਿਹਾ ਹੁਣ ਹੋ ਜੂਗਾ ਜਦੋਂ ਤੂੰ ਲੋੜ ਤੋਂ ਵੱਧ ਸੋਚਣ ਲੱਗ ਗਿਆ, ਪਹਿਲਾਂ ਨਹੀਂ ਸੀ ਹੋਣਾ। ਜਿਹੜਾ ਤੁਸੀਂ ਜਿਹੇ ਜਿਹੀ ਫੀਡ ਬ੍ਰੇਨ ਨੂੰ ਦਵੋਗੇ, ਜਿਹੇ ਜਿਹਾ ਸੁਨੇਹਾ ਬ੍ਰੇਨ ਨੂੰ ਦਵੋਗੇ, ਉਹਦੀ ਆਊਟਪੁੱਟ ਉਹਨੇ ਉਹੋ ਜਿਹੀ ਵੀ ਦੇਣੀ ਹੈ। ਕਦੇ ਵੀ ਜ਼ਿੰਦਗੀ 'ਚ ਨਿਰਾਸ਼ ਨਾ ਹੋ। ਉਦਾਸ ਤਾਂ ਯਾਰ ਪੰਛੀ ਵੀ ਹੋ ਜਾਂਦੇ ਆ, ਜਦੋਂ ਉਹਨਾਂ ਦਾ ਆਲ੍ਹਣਾ ਢਹਿ ਜਾਂਦਾ ਨਾ, ਉਦੋਂ ਉਹ ਉਦਾਸ ਹੋ ਜਾਂਦੇ ਆ। ਕੁਝ ਕੁ ਸਮਾਂ ਬਹਿੰਦੇ ਆ, ਫਿਰ ਉਹ ਤੀਲਾ ਇਕੱਠਾ ਕਰਕੇ ਆਲ੍ਹਣਾ ਬਣਾਉਣਾ ਸ਼ੁਰੂ ਕਰ ਜਾਂਦੇ ਆ। ਉਦਾਸ ਤਾਂ ਸਾਡੇ ਜਾਨਵਰ ਵੀ ਹੋ ਜਾਂਦੇ ਆ। ਅਸੀਂ ਕੋਈ ਮੱਝ ਜਾਂ ਗਾਂ ਖਰੀਦੀ ਆ ਜਾਂ ਵੇਚੀ ਆ, ਜੇ ਅਸੀਂ ਖਰੀਦ ਕੇ ਲੈ ਕੇ ਆਏ ਹਾਂ ਤਾਂ ਇੱਕ ਦਿਨ ਉਹਦਾ ਵੀ ਨਹੀਂ ਜੀਅ ਲੱਗਦਾ ਸਾਡੇ ਨਵੇਂ ਘਰ ਜਾ ਕੇ। ਪਰ ਨਿਰਾਸ਼ ਨਾ ਹੋਵੋ। ਜਦੋਂ ਬੰਦਾ ਨਿਰਾਸ਼ ਹੋ ਜਾਂਦਾ, ਫਿਰ ਉਹ ਇੱਕੋ ਹੀ ਫੈਸਲਾ ਲੈਂਦਾ ਵੀ ਯਾਰ ਹੁਣ ਜ਼ਿੰਦਗੀ ਦਾ ਕੀ ਰਹਿ ਗਿਆ। ਬੜਾ ਔਖਾ ਹੈ ਮਨ ਦੀ ਕਚਹਿਰੀ ਵਿੱਚ ਖੜ੍ਹ ਕੇ ਝੂਠ ਬੋਲਣਾ। ਬੜਾ ਔਖਾ ਹੈ ਮਨ ਦੀ ਕਚਹਿਰੀ ਵਿੱਚ ਖੜ੍ਹ ਕੇ ਝੂਠ ਬੋਲਣਾ। ਪਰ ਸਾਰਿਆਂ ਨੂੰ ਦਿਲੋਂ ਜੀ ਆਇਆਂ ਆਖਣਾ ਕਿਹੜਾ ਸੌਖਾ ਹੈ। ਅਸੀਂ ਸਾਰਿਆਂ ਨੂੰ ਦਿਲੋਂ ਜੀ ਆਇਆਂ ਵੀ ਨਹੀਂ ਕਹਿ ਸਕਦੇ। ਉਦਾਸ ਹੋ ਜਾਣਾ ਏਡੀ ਬਹੁਤੀ ਵੱਡੀ ਸਮੱਸਿਆ ਨਹੀਂ। ਕਿਸੇ ਐਗਜ਼ਾਮ 'ਚੋਂ ਕੋਈ ਬੱਚਾ ਫੇਲ ਹੋ ਗਿਆ, ਇੱਕ ਦਿਨ ਉਦਾਸ ਹੋ ਜਾਂਦਾ। ਸਾਡੀ ਫਸਲ ਬਰਬਾਦ ਹੋ ਗਈ, ਸਾਡੇ ਵੱਡ ਵਡੇਰੇ, ਜਦੋਂ ਰੌ ਆ ਗਿਆ ਸੀ ਨਾ, ਉਸ ਸਾਲ ਕੁਛ ਵੀ ਨਹੀਂ ਸੀ ਹੋਇਆ। 55-56 ਦੀ ਗੱਲ ਆ। ਪੰਜਾਬ ਦੇ ਲੋਕ ਉਦੋਂ ਵੀ ਓਪਟੀਮਿਸਟਿਕ ਰਹੇ ਨੇ ਵੀ ਕੋਈ ਗੱਲ ਨਹੀਂ ਯਾਰ, ਫਿਰ ਕੀ ਹੋ ਗਿਆ, ਮੈਂ ਇਕੱਲਾ ਥੋੜ੍ਹਾ, ਸਾਰੇ ਪੰਜਾਬ ਦੇ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਪਰ ਜਦੋਂ ਬੰਦਾ ਨਿਰਾਸ਼ ਹੋ ਜਾਂਦਾ, ਉਦੋਂ ਉਹਦਾ ਗਲਤ ਪਾਸੇ ਨੂੰ ਤੁਰ ਜਾਣਾ ਜਾਂ ਗਲਤ ਸਟੈਪ ਚੱਕ ਲੈਣਾ, ਇਹ ਉਹਦੇ ਸਾਹਮਣੇ ਆ ਕੇ ਖੜ ਜਾਂਦਾ। ਉਸ ਸਮੇਂ 'ਤੇ ਫਿਰ ਕੀ ਕੀਤਾ ਜਾਵੇ? ਉਸ ਸਮੇਂ ਦੇ ਉੱਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵਿਚਰੋ। ਮੈਂ ਕਹਿੰਦਾ ਹੁੰਦਾ ਕਦੇ ਵੀ ਕਿਸੇ ਨਾਲ ਢਿੱਲੜ ਜਿਹਾ ਹੱਥ ਨਾ ਮਿਲਾਓ ਯਾਰ, ਉਹਦੇ ਨਾਲ ਤਾਂ ਨਾ ਮਿਲਾਉਣ 'ਚ ਚੰਗਾ ਹੱਥ ਮਿਲਾਓ ਪੂਰਾ ਖਿੱਚ ਕੇ, ਪੂਰੇ ਵਾਰਮ-ਅਪ ਹੋ ਕੇ ਵੀ ਹਾਂ ਸੁਣਾ ਵੀ ਕੀ ਹਾਲ ਆ। ਅੱਧਾ ਬੰਦਾ ਠੀਕ ਹੋ ਜਾਂਦਾ। ਤੁਹਾਡਾ ਵੇ ਆਫ ਟਾਕਿੰਗ ਇਸ ਤਰ੍ਹਾਂ ਦਾ ਹੋਵੇ।
क्योंकि वे ऑफ टॉकिंग मैं कहना भी तुहानूं डिस्टर्ब करन दे विच एक शब्द ही मैं बोलूँगा सारा दिन तुसीं डिस्टर्ब रहोगे, पर तुहानूं खुश रखण दे विच भी मैं इक्को ही शब्द बोलूँगा। फिर क्यों नहीं खुश रखण वाला शब्द बोलां, डिस्टर्ब करन वाला क्यों बोलां मैं? एक डॉक्टर कोले मरीज आउंदा, वो कहंदा यार गल ही किहड़ी आ, तैनूं तां होया ही कुछ नहीं गा, आ चुटकी दा काम आ, तैनूं ठीक कर देना। 50% मरीज ठीक हो जाता, हालांकि डॉक्टर नूं पता हुंदा कि इहदे लई मैनूं बहुत तरद्दुद करना पैना। साडा एक दोस्त डॉक्टर इत्थे सर्जन सीगा, वो चलिया गया हुण तां हरियाणे च। ਉਹਦੇ ਕੋਲੇ मैं एक दोस्त आपदे दोस्त नूं लैके मैं डॉक्टर साहब इहदा थोड़ा जिहा प्रॉब्लम आ ते इहनूं देखिओ। वो देख दूख के कहंदा यार गल तां मैनूं कहंदा डॉक्टर साहब कोई वड्डी गल नहीं गी इहदी, माड़ा जिहा ऑपरेशन कर दिया कि ਉਹਨੂੰ पा लिया, पा के कहंदा मार दिया जाए कि छोड़ दिया जाए, बोल तेरे साथ क्या सलूक किया जाए। वो भज गया, उठ के भज गया। वो कहंदा यार ये तो कमाल होगी, तो कहते सलूक पुछी जाता की करा, मार दियाँ कि तैनूं छड्ड दियां। वो कहंदा बस ये बंदा दिल दा कमज़ोर सी। सानूं पता असीं कि किहड़े जानवर नूं बड़ा कहने भी तकड़ा, असीं कहने शेर बंदा तकड़ा, वो सब तो डरपोक जानवर आ, वो सब तो डरपोक। जे उहदे ग्रिप च एक बार ना शिकार आया मगर नहीं दौड़दा, एक बार अटैक करदा, जे नहीं आया छड्ड दिंदा। इसे तरह जिहड़ी निराशा ना साडे च, उदास हो जाना, मैं भी उदास हो जाना, तुसीं भी हो जाने, ये भी हो जाते हैं, होर बंदे हो जाते हैं, बच्चे हो जाते हैं। जे असीं उहनूं कह दईए जा तैनूं आ चीज़ नहीं लैके देनी, नहीं टॉफियां लैके देनियां, हालांकि सानूं पता भी उहदे नाल दंद खराब हो जाने, असीं कहने नहीं लैके देनी, उदास हो जाता। नहीं बोलूगा अद्धा घंटा 10 मिनट 15 मिनट नहीं आपदे डैडी नाल गल करूगा। पर साडे कोले की आ, असीं तां साडा तां बाहर लोकां नाल उहनां नाल पैणा जिथे साडीआं ड्यूटीज़ ने, जिथे असीं दूजे लोकां नाल गल करनी। तीजी गल आ जिहड़ी कि जिहड़ा बंदा डिप्रैशन दे विच आ, वो थक्किया थक्किया रहिंदा, एवें बस यार जी नहीं करदा उठण नूं, जां लत्तां दुखी जांदियां, आ मोढे जे दुखी जांदे आ, जां जी लम्मा पै जा, सिर नहीं, सिर भारा भारा होया। ये डिप्रैशन दीयां निशानियां। थकावट किवें होई भी कि फिजिकल काम कीता सी, असीं मैंटली काम कीता कोई, उहदे नाल थकावट हुई है। असीं फिजिकल भी कोई काम नहीं कीता, असीं मैंटली भी कोई काम नहीं कीता, असीं अपने आप नूं थक्किया थक्किया महसूस कर रहे हैं। ये डिप्रैशन की निशानी है साडी। हुण जदों सानूं पता भी उदास हो गया बंदा, निराश हो गया, ये डिप्रैशन वाला, थकावट आ, ये डिप्रैशन च आ, किसी काम नूं मन ना करना, उहदा दिल ही ना लगना, चित्त नहीं लगदा गा। कई बार असीं कह दिंदे कि यार की गल हो गई यार, चित्त जिहा अज नहीं ठीक है। असीं कहने कि दिल ही उदास आ ते बाकी सब खैर है। की खैर आ यार, जे दिल ही उदास आ तां साडा, जे दिल ही उदास आ ते फिर बाकी तां खैर ही किते है नहीं जी। खैर साडी तां जे साडा दिल उदास ना हो। असीं कई बार डिगे हुए बंदे नूं कहना कायम हो यार, एवें नहीं दिल छड्डीदा। ਉਹਦਾ मतलब ही है कि असीं ਉਹਨੂੰ ऑप्टीमिस्टिक बनाउणा, आशावादी बनाउणा कि कायम हो, तू कुछ नहीं हुंदा गा यार, किहड़ी गल है। तुसीं एक तजर्बा करके देख लो बई सारा दिन ਜਿਹੜਾ ਕੁਝ ਤੁਹਾਡੇ ਦਿਮਾਗ 'ਚ ਆਉਂਦਾ ਵੀ ਐਂ ਨਾ ਹੋ ਜੇ, ਐਂ ਨਾ ਹੋ ਜੇ, ਆਹ ਨਾ ਹੋ ਜੇ, ਆਹ ਨਾ ਹੋ ਜੇ, ਉਹ ਲਿਖੀ ਚਲੋ, ਲਿਖ ਕੇ ਇੱਕ ਦਰਾਜ ਦੇ ਵਿੱਚ ਪਾਈ ਚੱਲੋ। 2-3 ਦਿਨਾਂ ਬਾਅਦ ਉਹਨੂੰ ਕੱਢ ਕੇ ਦੇਖੋ, ਕੋਈ ਗੱਲ ਵੀ ਨਹੀਂ ਵਾਪਰੀ ਹੁੰਦੀ ਤੁਹਾਡੇ ਨਾਲ, ਇੱਕ ਵੀ ਉਹਨਾਂ 'ਚੋਂ। ਬਸ ਐਵੇਂ ਮਨ ਦੀਆਂ ਹੀ ਖੇਡਾਂ ਨੇ, ਉਹੀ ਤੁਹਾਨੂੰ ਭਜਾਈ ਫਿਰਦਾ। 2 ਮਨ ਨੇ ਸਾਡੇ, ਅਸਲ ਵਿੱਚ ਤਾਂ 3 ਹਨ। ਅਸੀਂ ਇੱਕ ਨੂੰ ਤਾਂ ਉਹੀ ਪਾਸੇ ਛੱਡ ਦਿੰਦੇ ਹਾਂ। ਇੱਕ ਸਾਡਾ ਸੁਚੇਤ ਮਨ, ਜਿਹਦੇ ਨਾਲ ਮੈਂ ਹੁਣ ਬੋਲ ਰਿਹਾ, ਤੁਹਾਡੇ ਨਾਲ ਗੱਲਾਂ ਕਰ। ਇੱਕ ਮੇਰਾ ਅਚੇਤ ਮਨ ਆ, ਜਿਹੜਾ ਭੱਜਿਆ ਫਿਰਦਾ ਬਾਜ਼ਾਰ ਬਜ਼ੂਰ 'ਚ ਵੀ ਆਹ ਵੀ ਕੰਮ ਕਰਨ ਵਾਲਾ ਸੀ, ਉਹ ਵੀ ਕੰਮ ਕਰਨ ਵਾਲਾ ਸੀ, ਆਹ ਵੀ ਕੰਮ ਕਰਨ ਵਾਲਾ ਸੀ।
ਜਦੋਂ ਮੈਂ ਪੜ੍ਹ ਰਿਹਾ ਸੀ ਉਦੋਂ ਵੀ ਮੈਨੂੰ ਐਂ ਕਹਿੰਦਾ ਸੀਗਾ ਇੱਕ ਅਚੇਤ ਮਨ ਵੀ ਅੱਜ ਉੱਥੇ ਵੀ ਜਾਣਾ ਤੂੰ। ਅਚੇਤ ਮਨ ਸਾਡਾ ਕੰਟਰੋਲ ਕਰਨ ਦੇ ਵਿੱਚ, ਸਾਡਾ ਅਚੇਤ ਮਨ ਨੂੰ ਬ੍ਰੇਕ ਲਾਉਣ ਦੀ ਲੋੜ ਹੈ। ਉਹੀ ਸਾਨੂੰ ਡਿਪਰੈਸ਼ਨ 'ਚ ਲੈ ਕੇ ਜਾਂਦਾ, ਉਹੀ ਸਾਨੂੰ ਉਦਾਸ ਕਰਦਾ, ਉਹੀ ਤੁਹਾਡੇ ਬ੍ਰੇਨ ਨੂੰ ਇੱਕ ਸੰਦੇਸ਼ ਦਿੰਦਾ ਕਿ ਤੂੰ ਥੱਕ ਗਿਆ ਯਾਰ। ਇਸ ਤੋਂ ਅਗਲਾ ਜਿਹੜਾ ਡਿਪਰੈਸ਼ਨ ਦਾ ਕਾਰਨ, ਜਿਹੜੀ ਨਿਸ਼ਾਨੀ ਆ, ਲੱਛਣ ਆ, ਉਹ ਹੈਗਾ ਚਿੜਚਿੜਾਪਣਾ। ਬੰਦਾ ਜਦੋਂ ਚਿੜਚਿੜਾ ਹੋ ਜਾਵੇ, ਅਸੀਂ ਸੋਚਦੇ ਹਾਂ ਕਿ ਯਾਰ ਨਿਰਮਲ ਸਿੰਘ ਤਾਂ ਯਾਰ ਬੜਾ ਖੁਸ਼ ਰਹਿਣ ਵਾਲਾ ਸੀ, ਕੀ ਗੱਲ ਹੋ ਗਈ ਯਾਰ ਅੱਜ। ਪਹਿਲਾ ਸਵਾਲ ਕੀ ਹੋ, ਲੜਕੇ ਤਾਂ ਨਹੀਂ ਆਇਆ ਘਰੋਂ? ਉਹ ਕੋ ਨਹੀਂ ਯਾਰ, ਨਹੀਂ ਆਇਆ ਜੀ ਗੱਲ। ਫਿਰ ਕੀ ਗੱਲ ਹੋ ਗਈ ਯਾਰ ਤੈਨੂੰ, ਤੂੰ ਦੱਸ ਤੈਨੂੰ ਕੀ ਪ੍ਰੋਬਲਮ ਆ? ਕੁਛ ਨਹੀਂ ਯਾਰ, ਕੁਛ ਨਹੀਂ। ਖਿਝਿਆ ਰਹਿਣਾ, ਚਿੜਚਿੜਾਪਣ ਆ ਜਾਣਾ, ਉਹਦੀ ਬੋਲੀ ਵਿੱਚ ਰੁੱਖਾਪਣ ਆ ਜਾਣਾ, ਇਹ ਡਿਪਰੈਸ਼ਨ ਦੀਆਂ ਨਿਸ਼ਾਨੀਆਂ ਨੇ। ਹੁਣ ਜੇ ਇਹਨਾਂ ਗੱਲਾਂ ਦਾ ਅਸੀਂ ਧਿਆਨ ਨਹੀਂ ਰੱਖਾਂਗੇ ਤਾਂ ਹੌਲੀ ਹੌਲੀ ਅਸੀਂ ਮਨੋਰੋਗੀ ਬਣ ਜਾਵਾਂਗੇ। ਇਹਦਾ ਇੱਕ ਕਾਰਨ ਅਗਲਾ ਜਿਹੜਾ ਹੋਣਾ, ਉਹ ਨੀਂਦ ਨਾ ਆਉਣੀ। ਸਾਰਾ ਦਿਨ ਸੋਚੀ ਜਾਣਾ, ਚਿੜਚਿੜਾ ਸੁਭਾਅ ਹੋ ਜਾਣਾ, ਥਕਾਵਟ ਮਹਿਸੂਸ ਕਰੀ ਜਾਣੀ, ਦਿਲ ਨਾ ਲੱਗਣਾ ਕਿਸੇ ਕੰਮ 'ਚ। ਉਹਦੇ ਨਾਲ ਸਾਡੀ ਖੰਭ ਲਾ ਕੇ ਉੱਡ ਜਾਂਦੀ ਆ ਨੀਂਦ। ਨੀਂਦ ਬੰਦੇ ਲਈ ਬਹੁਤ ਜ਼ਰੂਰੀ ਆ। ਜੇ ਨੀਂਦ ਨਹੀਂ ਨਾ ਆਉਂਦੀ ਗੀ, ਤੁਰੰਤ ਸਲਾਹ ਲਵੋ, ਤੁਸੀਂ ਦੋਸਤਾਂ ਮਿੱਤਰਾਂ ਕੋਲੇ ਗੱਲਾਂ ਕਰੋ। ਹੁਣ ਜਦੋਂ ਅਸੀਂ ਦੋਸਤਾਂ ਮਿੱਤਰਾਂ ਕੋਲੇ ਗੱਲਾਂ ਹੀ ਨਹੀਂ ਕਰਦੇ ਗੇ, ਘੁੱਟੇ ਰਹਿੰਦੇ ਆ, ਤਾਂ ਉਦੋਂ ਅਸੀਂ ਮਨੋਰੋਗੀ ਬਣ ਜਾਂਦੇ। ਢੋਲੇ ਦੀਆਂ ਲਾਉਣੀਆਂ ਜ਼ਰੂਰੀ ਆ। ਅਸੀਂ ਕਹਿੰਦੇ ਯਾਰ ਢੋਲੇ ਦੀਆਂ ਲਾਓ। ਤੁਸੀਂ ਲਾਪਰਵਾਹ ਨਾ ਹੋ, ਬੇਪਰਵਾਹ ਹੋ। ਹੁਣ ਸ਼ਬਦ ਤਾਂ ਦੋਹੇ ਜਿਹੇ ਐਂ ਨੇੜੇ ਢੁੱਕਦੇ ਲੱਗਦੇ ਆ। ਲਾਪਰਵਾਹ ਹੋ ਕੇ ਅਸੀਂ ਆਪਦੀ ਡਿਊਟੀ ਤੋਂ ਵੀ ਕੁਤਾਹੀ ਕਰ ਜਾਂਗੇ। ਲਾਪਰਵਾਹ ਹੋ ਕੇ ਅਸੀਂ ਆਪਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜ ਜਾਂਗੇ। ਲਾਪਰਵਾਹ ਹੋ ਕੇ ਅਸੀਂ ਆਪਦੇ ਦੋਸਤਾਂ ਮਿੱਤਰਾਂ ਨਾਲ ਵੀ ਕੋਈ ਗਲਤ ਗੱਲ ਕਰ ਦਾਂਗੇ। ਬੇਪਰਵਾਹ ਹੋ ਕੇ ਜ਼ਿੰਦਗੀ ਜਿਉਣੀ ਅਸੀਂ ਹਰ ਗੱਲ ਨੂੰ, ਹਾਂ ਯਾਰ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ। ਸਟਰੈਸ ਹਰ ਇੱਕ 'ਚ ਹੀ ਆ, ਥੋੜ੍ਹਾ ਬਹੁਤਾ ਸਟਰੈਸ ਸਾਨੂੰ ਹੋਣਾ ਵੀ ਜ਼ਰੂਰੀ ਆ। ਹੁਣ ਤੁਸੀਂ ਕਹੋਗੇ ਸਰ ਪਹਿਲਾਂ ਤਾਂ ਗੱਲਾਂ ਕਹੀ ਜਾਂਦੀ ਸੀ ਵੀ ਆਹ ਲੱਛਣ ਆ, ਸਟਰੈਸ ਤੋਂ ਬਚੋ। ਜੇ ਸਟਰੈਸ ਨਾ ਹੋਊ ਥੋੜ੍ਹਾ ਜਿਹਾ, ਅਸੀਂ ਕੋਈ ਕੰਮ ਨਹੀਂ ਕਰ ਸਕਦੇ। ਤੁਹਾਡੇ 'ਤੇ ਸਟਰੈਸ ਸੀ ਕਿ ਅਸੀਂ ਅੱਜ ਇੱਕ ਲੈਕਚਰ ਲਾਉਣਾ, ਅਸੀਂ ਸੁਣਨਾ, ਬੈਠਣਾ, ਸਾਡੀ ਟ੍ਰੇਨਿੰਗ ਲੱਗੀ ਹੋਈ ਆ। ਜੇ ਇਹ ਵੀ ਨਾ ਹੋਵੇ, ਕੋਈ ਵੀ ਨਹੀਂ ਆਉਂਦਾ ਗਾ। ਮੈਂ ਇਕੱਲਾ ਖੜ੍ਹ ਜਾਣਾ ਸੀਗਾ, ਸਾਰਾ ਆ ਜਾਂਦੇ ਬਸ ਆ ਕੇ ਅਸੀਂ ਉਹ ਫਲਾਣੇ ਨੂੰ ਸੱਦੋ, ਢਿਮਕੇ ਨੂੰ ਸੱਦੋ। ਮਾਰਨਿੰਗ ਅਸੈਂਬਲੀ ਤੁਸੀਂ ਸਾਰੇ ਸਕੂਲ 'ਚ ਪੜ੍ਹੇ ਆ, ਇੱਕ ਘੰਟੀ ਵੱਜਦੀ ਆ। ਉਹਦਾ ਅਰਥ ਹੁੰਦਾ ਕਿ ਚਲੋ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਉਹ ਘੰਟੀ ਨਹੀਂ ਹੁੰਦੀ, ਉਹ ਛੋਟੇ ਉਹਨਾਂ ਬੱਚਿਆਂ ਲਈ ਇੱਕ ਪਹਿਲਾ ਛੋਟਾ ਜਿਹਾ ਸਟਰੈਸ ਹੁੰਦਾ ਕਿ ਲਓ ਵੀ ਹੁਣ ਤੁਸੀਂ ਸਕੂਲ 'ਚ ਹਾਜ਼ਰ ਹੋ। ਜਿੰਨੇ ਚਿਰ ਘੰਟੀ ਨਹੀਂ ਵੱਜਦੀ, ਤੁਸੀਂ ਚਾਹੇ ਵਾਸ਼ਰੂਮ ਜਾਇਓ, ਚਾਹੇ ਗੇਟ ਤੋਂ ਬਾਹਰ ਖੜ੍ਹ ਜਾਓ, ਚਾਹੇ ਆਉਂਦੀ ਰੋਡ ਤੁਰੇ ਫਿਰੋ, ਚਾਹੇ ਕੰਧ ਕੋਲੇ ਖੜ੍ਹ ਜਾਓ, ਪਰ ਜਦੋਂ ਘੰਟੀ ਵੱਜ ਗਈ ਤੁਹਾਨੂੰ ਮਾਰਨਿੰਗ ਅਸੈਂਬਲੀ ਦੇ ਵਿੱਚ ਆਉਣਾ ਜ਼ਰੂਰੀ ਬਣਦਾ। ਇਹ ਨਿੱਕੀਆਂ ਸਟਰੈਸ। ਜੇ ਮਾਂ ਦੇ ਕੋਲੇ ਇੰਨਾ ਕੁ ਸਟਰੈਸ ਨਾ ਹੋਵੇ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ, ਮੈਂ ਰੋਟੀ ਬਣਾ ਕੇ ਦੇਣੀ ਆ, ਉਹ ਸਾਰਾ ਦਿਨ ਨਹੀਂ ਪਕਾਊਗੀ ਰੋਟੀ, ਉਹ ਮੈਨੂੰ ਕੀ ਆ ਤੁਰੇ। ਨਿੱਕੇ ਕੰਮਾਂ ਲਈ ਸਾਡੇ ਕੋਲੇ ਥੋੜ੍ਹੀ ਸਟਰੈਸ ਹੋਣੀ ਚਾਹੀਦੀ ਆ। ਅਸੀਂ ਲਿਖ ਲੈਂਦੇ ਹਾਂ ਕਿ ਬਾਜ਼ਾਰ ਜਾਣਾ ਜੀ, ਤੁਸੀਂ ਆਹ ਲੈ ਆਓ, ਤੁਸੀਂ ਆਹ ਲੈ ਆਓ, ਆਹ ਲੈ ਆਓ। ਫਿਰ ਮੰਨ ਲਓ ਤੁਸੀਂ ਕੋਈ ਚੀਜ਼ ਭੁੱਲ ਜਾਂਦੇ ਆ, ਉਹ ਫਿਰ ਯਾਦ ਆਉਂਦਾ ਤੁਹਾਨੂੰ ਵੀ ਕੀ ਕਿਹਾ ਸੀ ਮੈਡਮ ਨੂੰ, ਮਗਰ ਫੋਨ ਕਰਦੇ ਆ ਵੀ ਦੱਸੀ ਕਰਾ ਕੀ ਕਿਹਾ ਸੀ, ਇੰਨਾ ਕੁਛ ਤਾਂ ਮੈਂ ਲੈ ਲਿਆ। ਉਹ ਯਾਰ ਦਿਮਾਗ 'ਚ ਹੀ ਗੱਲ ਹੋਰ ਰਹਿ ਗਈ, ਕਿਤੇ ਭੁੱਲ ਗਿਆ ਮੈਂ। ਭੁੱਲ ਜਾਣਾ ਵੀ ਸਟਰੈਸ ਦੀ ਨਿਸ਼ਾਨੀ ਆ। ਆਧੁਨਿਕ ਯੁੱਗ ਨੇ ਸਾਨੂੰ ਡਿਪਰੈਸ਼ਨ ਦਿੱਤਾ। ਤੁਸੀਂ ਦੇਖੋ, ਆਪਣੇ ਦਾਦੇ ਪੜਦਾਦਿਆਂ ਵੱਲ ਦੇਖੋ, ਸਵੇਰੇ ਜਾਂਦੇ ਸੀ ਵੀ ਅੱਜ ਮੈਂ ਤੁਹਾਡੇ ਨਾਨਕੀ ਚੱਲਿਆ, ਮਗਰ ਕਿਹਦੇ ਕੋਲੇ ਫੋਨ ਸੀਗਾ ਕਿ ਪਹੁੰਚ ਗਿਆ ਕਿ ਨਹੀਂ। ਉਹ 2-4 ਦਿਨ 5 ਦਿਨ ਲਾ ਕੇ ਮਿਲ ਮੁਲ ਆਉਂਦਾ ਸੀ ਵੀ ਅੱਜ ਮੈਂ ਕੁੜੀਆਂ ਕੋਲੇ ਜਾਇਆ, ਅੱਜ ਮੈਂ ਫਲਾਣੇ ਥਾਂ ਜਾਇਆ, ਵੀ ਅੱਜ ਤੁਹਾਡੇ ਮਾਸੜ ਨੂੰ ਮਿਲਿਆ ਮੈਂ।
ਉਹ 5-7 ਦਿਨਾਂ ਬਾਅਦ ਗੇੜਾ ਕੱਢ ਕੇ ਸਾਰਿਆਂ ਨੂੰ ਮਿਲ ਮੁਲ ਕੇ ਆ ਜਾਂਦਾ ਸੀ। ਸਟਰੈਸ ਫਰੀ ਹੋ ਜਾਂਦਾ ਸੀ, ਰੋਟੀ ਖਾਂਦੇ ਸੀ, ਮੰਜਿਆਂ 'ਤੇ ਬਹਿ ਕੇ ਪਰਿਵਾਰ ਦੀਆਂ ਸਾਰੀਆਂ ਗੱਲਾਂ ਕਰਦੇ ਸੀ। ਹੁਣ ਤਾਂ ਯਾਰ ਅਸੀਂ ਇਹੋ ਜਿਹੇ ਬਣ ਗਏ ਹਾਂ, ਜੇ ਘਰ ਦੇ 4 ਜੀ ਆ ਅਤੇ 4 ਕਮਰਿਆਂ 'ਚ ਕੁੰਡੀ ਲਾ ਕੇ ਸੌਂ ਜਾਂਦੇ ਹਾਂ। ਸਟਰੈਸ, ਇਹ ਸਟਰੈਸ ਦੀ ਨਿਸ਼ਾਨੀ ਹੈ। ਕੋਈ ਵੀ ਬੈਠ ਕੇ ਇੱਕੋ ਟੇਬਲ 'ਤੇ ਰੋਟੀ ਨਹੀਂ ਚੱਜ ਨਾਲ ਖਾਂਦੇ। ਮੁੰਡਾ ਆਇਆ, ਉਹ ਕਹਿੰਦਾ ਮੈਂ ਤਾਂ 9 ਵਜੇ ਖਾਣੀ ਆ, ਉਹਨੇ 9 ਵਜੇ ਖਾ ਲੈਣੀ ਆ। ਪਿਓ ਡਿਊਟੀ ਤੋਂ ਆਇਆ ਅਤੇ ਉਹਨੇ ਜਦੋਂ ਆਇਆ ਉਹਨੇ ਕੱਪੜੇ ਬਦਲਣੇ ਆ, ਰੋਟੀ ਖਾ ਲੈਣੀ। ਯਾਰ ਘਰ ਦਾ ਸਾਰਾ ਟੱਬਰ ਨਹੀਂ ਖਾਂਦਾ, ਅਸੀਂ ਬਾਹਰ ਜਾ ਕੇ ਇਕੱਠੇ ਰੋਟੀ ਖਾਂਦੇ ਹਾਂ। ਜਦੋਂ ਕਿਸੇ ਮੈਰਿਜ ਪੈਲਸ 'ਤੇ ਹੁੰਦੇ ਆ ਵੀ ਲੈ ਵੀ ਆਹ ਵੀ ਖਾਈ ਜਾਂਦਾ, ਇਹਨੂੰ ਚੱਕ ਕੇ ਮੈਂ ਵੀ ਚੱਕ ਲਾਂ ਪਲੇਟ 'ਤੇ ਮੈਂ ਵੀ ਚੱਕ ਲਾਂ। ਸਾਡੇ ਕੋਲ ਜਿਹੜੇ ਨੀਂਦ ਨਾ ਆਉਣੀ, ਨੀਂਦ ਦਾ ਖੰਭ ਲਾ ਕੇ ਉੱਡ ਜਾਣਾ। ਅਸੀਂ ਡਾਕਟਰ ਕੀ ਕਰਦਾ ਤੁਹਾਡੇ ਕੋਲ? ਤੁਸੀਂ ਚਲੇ ਗਏ ਡਿਪਰੈਸ਼ਨ ਵਾਲੇ ਮਰੀਜ਼, ਉਹ ਕਹਿੰਦਾ ਯਾਰ ਪਹਿਲਾਂ ਇਹਨੂੰ ਨੀਂਦ ਦਿਓ, ਇਹ ਚੱਜ ਨਾਲ ਸੌਂ ਜਾਵੇ। ਇਹਦਾ ਜਿਹੜੇ ਮਨ ਦੇ ਵਿੱਚ ਟੈਨਸ਼ਨ ਆ, ਤਣਾਅ ਜਿਹੜਾ, ਉਹ ਰਿਲੈਕਸ ਕਰ ਦਿਓ। ਜਿਵੇਂ ਅਸੀਂ ਕਿਸੇ ਸਪਰਿੰਗ ਨੂੰ ਖਿੱਚ ਲੈਂਦੇ ਹਾਂ ਨਾ, ਅਤੇ ਉਹਨਾਂ ਚਿਕਰ ਉਹ ਤਣਿਆ ਰਹਿੰਦਾ। ਸਾਡੇ ਆ ਮੋਢਿਆਂ ਦਾ ਵੀ ਬਾਹਾਂ ਦਾ ਵੀ ਜ਼ੋਰ ਲੱਗਿਆ ਰਹਿੰਦਾ, ਜਿੰਨੇ ਚਿਕਰ ਉਹ ਪਹਿਲੀ ਥਾਂ 'ਤੇ ਨਹੀਂ ਹੁੰਦਾ। ਅਤੇ ਜਦੋਂ ਤੁਹਾਡਾ ਬ੍ਰੇਨ, ਯਾਰ ਜਿਹੇ ਜਿਹਾ ਮਰਜ਼ੀ ਤੁਹਾਡੀਆਂ ਲੱਤਾਂ ਪੈਰ ਬਾਹਾਂ ਸਾਰੇ ਤੰਦਰੁਸਤ ਆ, ਬ੍ਰੇਨ 'ਚ ਗੜਬੜ ਹੋ ਗਈ ਅਤੇ ਬੰਦਾ ਕਿਸੇ ਕੰਮ ਦਾ। ਇਹ ਸਟਰੈਸ ਤੋਂ ਬਚੋ ਜਿੰਨਾ ਬਚ ਸਕਦੇ। ਜੇ ਅਸੀਂ ਸਟਰੈਸ ਤੋਂ ਨਹੀਂ ਬਚਾਂਗੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਗਾ ਕਿ ਯਾਰ ਸਾਡੀ ਲਾਈਫ ਆ। ਮੈਨੂੰ ਇੱਕ ਸਵਾਲ ਕਰਤਾ ਕਿਸੇ ਨੇ, ਕਹਿੰਦੇ ਡਾਕਟਰ ਸਾਹਿਬ ਤੁਹਾਡੀ ਸਿਹਤ ਦਾ ਕੀ ਰਾਜ ਆ, ਤੁਸੀਂ ਤੰਦਰੁਸਤ ਰਹਿੰਦੇ ਆ? ਮੈਂ ਕਿਹਾ ਇਹੀ ਤਾਂ ਮੇਰੀ ਆ, ਬਾਕੀ ਤਾਂ ਪੈਸੇ ਪਤਾ ਨਹੀਂ ਕਿਹਨੇ ਖਾਣੇ ਆ ਯਾਰ ਮਗਰੋਂ। ਜਿਹੜੇ ਪੈਸੇ ਮੇਰੇ ਕੋਲ ਹੈਗੇ ਆ ਜਾਂ ਮੇਰੀ ਤਨਖਾਹ ਜਿਹੜੀ, ਉਹ ਪਤਾ ਨਹੀਂ ਕਿਹਨੇ ਵਰਤਣੀ ਆ, ਇਹੀ ਆ ਮੇਰੇ ਤਾਂ। ਇਹਨੂੰ ਮੈਂ ਤੰਦਰੁਸਤ ਰੱਖਦਾ ਤਾਂ ਮੈਂ ਭੱਜਿਆ ਫਿਰਦਾ। ਜਿਹੜਾ ਬੰਦਾ ਤੰਦਰੁਸਤ ਨਹੀਂ ਨਾ, ਆਪਣੀ ਤਨਖਾਹ ਦਾ ਅੱਧਾ ਹਿੱਸਾ 50% ਡਾਕਟਰਾਂ ਨੂੰ ਦੇਈ ਜਾਂਦਾ। ਕਿਉਂ ਦਈਏ ਯਾਰ ਡਾਕਟਰਾਂ ਨੂੰ? ਅਸੀਂ ਖਾਣ ਪੀਣ 'ਤੇ ਕੰਟਰੋਲ ਕਰ ਲਓ, ਗੂੜੀ ਨੀਂਦ ਸੌਂ ਲਓ, ਆਪਣੇ ਦੋਸਤਾਂ ਮਿੱਤਰਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਜਾਓ। ਅੱਜ ਸਰਟੀਫਿਕੇਟ ਲੈ ਲਓ ਮੇਰੇ ਕੋਲ, ਕੋਈ ਕਾਗਜ਼ ਨਹੀਂ। ਇੱਕ ਵੀ ਬੰਦਾ 5 ਪੈਸੇ ਦੀ 10 ਪੈਸੇ ਦੀ ਗੋਲੀ ਨਹੀਂ ਲਊਗਾ। ਜਦੋਂ ਯਾਰ ਸੋਚੀ ਜਾਣਾ, ਜੈਲਸੀ ਹੋਈ ਕਰੀ ਜਾਣੀ ਇੱਕ ਦੂਸਰੇ ਨਾਲ, ਅਤੇ ਫਿਰ ਬਿਮਾਰ ਹੀ ਰਹਿਣਾ। ਜੇ ਬੰਦਾ ਤੰਦਰੁਸਤ ਆ ਨਾ, ਅਤੇ ਚਾਹੇ ਯਾਰ ਅੰਬ ਦੇ ਅਚਾਰ ਨਾਲ ਰੋਟੀ ਖਾ ਲੇ, ਚਾਹੇ ਚਟਨੀ ਰੱਖ ਕੇ ਰੋਟੀ ਖਾ ਲੇ, ਅਤੇ ਪੂਰਾ ਖੁਸ਼ ਰਹੂਗਾ। ਅਤੇ ਜੇ ਬਿਮਾਰ ਆ, ਡਾਕਟਰ ਕਹੂ ਆਹ ਨਹੀਂ ਦੇਣਾ, ਉਹ ਨਹੀਂ ਦੇਣਾ, ਆਹ ਨਹੀਂ ਦੇਣਾ, 29 ਪ੍ਰਕਾਰ ਦੇ ਤੁਹਾਡੇ ਕੋਲ ਪਕਵਾਨ ਪਏ, ਹੁਣ ਜੀ ਨਹੀਂ ਕਰਨਾ ਤੁਹਾਡਾ। ਭੁੱਖ ਵਿੱਚ ਛੋਲੇ ਬਦਾਮ ਜਿਹੜਾ ਐਵੇਂ ਨਹੀਂ ਸੀ ਇਹ ਖਾਣ ਬਣਿਆ। ਇਹ ਜਿਹੜੇ ਬੰਦੇ ਨੂੰ ਚੱਜ ਨਾਲ ਭੁੱਖ ਲੱਗਦੀ ਆ, ਉਹ ਬੰਦਾ ਤੰਦਰੁਸਤ ਆ। ਅਸੀਂ ਕਹਿੰਦੇ ਯਾਰ ਜਦੋਂ ਭੁੱਖ ਲੱਗੀ ਹੁੰਦੀ ਆ ਅਤੇ ਸਾਨੂੰ ਸਾਰੀਆਂ ਚੀਜ਼ਾਂ ਹੀ ਸਵਾਦ ਲੱਗਦੀਆਂ ਨੇ। ਰੱਖੋ। ਡਿਪਰੈਸ਼ਨ ਦਾ ਮਰੀਜ਼ ਬੜੇ ਮਰੀਜ਼ ਆ। ਇੱਕ ਬੰਦਾ ਇੱਕ ਸਾਡੇ ਕੋਲ ਆਇਆ, ਕਹਿੰਦਾ ਜੀ ਮੈਂ ਸਵੇਰੇ ਡਿਊਟੀ 'ਤੇ ਜਾਣ ਤੋਂ ਪਹਿਲਾਂ 3 ਵਾਰ ਪੱਗ ਢਾਹ ਕੇ ਬੰਨ੍ਹਦਾ। ਉਹ ਡਿਪਰੈਸ਼ਨ ਦਾ ਮਰੀਜ਼ ਆ, ਉਹਨੂੰ ਪਤਾ ਹੀ ਨਹੀਂ ਕਿ ਉਹ ਡਿਪਰੈਸ਼ਨ ਦਾ ਮਰੀਜ਼ ਆ। ਅਸੀਂ ਕੀ ਕਰਦੇ ਹਾਂ? ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਗਨੋਰ ਕਰੀ ਜਾਂਦੇ ਰਹਿੰਦੇ ਹਾਂ। ਉਹ ਫਿਰ ਜਦੋਂ ਸਾਰੀਆਂ ਬੁਰਾਈਆਂ ਇਕੱਠੀਆਂ ਹੋ ਜਾਂਦੀਆਂ ਇੱਕ ਥਾਂ 'ਤੇ, ਫਿਰ ਉਹ ਇੱਕ ਅਜਿਹੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ, ਜਿਹਦੇ ਨਾਲ ਮਗਰੋਂ ਸਾਨੂੰ ਡਾਕਟਰਾਂ ਕੋਲ ਜਾਣਾ ਪੈਂਦਾ, ਐਡਮਿਟ ਹੋਣਾ ਪੈਂਦਾ। ਡਾਕਟਰ ਕਹਿੰਦਾ ਇਹਦੇ ਤਾਂ ਜੀ ਟਿਊਮਰ ਹੋ ਗਿਆ। ਟਿਊਮਰ ਸਾਡੇ ਸਾਰਿਆਂ ਦੇ ਆ ਬ੍ਰੇਨ ਦੇ ਵਿੱਚ। ਇਹ ਭੁੱਲ ਜੋ ਵੀ ਫਲਾਣੇ ਬੰਦੇ ਦਾ ਜੀ ਇਹ ਪਿਆ, ਇਹ ਕੁਛ ਨਹੀਂ ਕਹਿੰਦਾ ਕਿਸੇ ਨੂੰ, ਜਮਾਂ ਹੀ ਨਹੀਂ ਕੁਛ ਕਹਿੰਦਾ ਟਿਊਮਰ। ਇਹ ਡਿਵੈਲਪ ਕਦੋਂ ਹੁੰਦਾ? ਜਦੋਂ ਤੁਸੀਂ ਸਟਰੈਸ 'ਚ ਹੁੰਦੇ ਆ। ਕੁਛ ਨਹੀਂ ਹੁੰਦਾ ਇਹਦੇ ਨਾਲ। ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਗਾਲ ਬਲੈਡਰ ਦੇ ਵਿੱਚ ਪੱਥਰੀ ਹੁੰਦੀ ਆ, ਉਹ ਸਾਰੀ ਜ਼ਿੰਦਗੀ ਪਈ ਰਹਿੰਦੀ ਆ, ਇੱਕ ਥਾਂ 'ਤੇ ਪਈ ਆ, ਬਸ ਨਹੀਂ ਕੋਈ
ਜਦੋਂ ਉਹਨੇ ਡਿਸਟਰਬ ਹੋ ਗਿਆ ਤੁਹਾਡਾ ਅੰਦਰੋਂ ਸਿਸਟਮ, ਉਹਨੇ ਹਿੱਲ ਜਾਣਾ, ਫਿਰ ਦਰਦ ਹੋਣਾ। ਖੁਸ਼ ਰਹਿਣਾ ਸਿੱਖੋ। ਹੁਣ ਖੁਸ਼ੀ ਲਈ ਕੀ ਆ ਵੀ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਸਾਨੂੰ, ਕਿ ਬਹੁਤ ਸਾਰਾ ਪੈਸਾ ਚਾਹੀਦਾ, ਬਹੁਤ ਵੱਡੀ ਬਿਲਡਿੰਗ ਚਾਹੀਦੀ ਆ ਰਹਿਣ ਲਈ, ਘਰ ਚਾਹੀਦਾ, ਬਹੁਤ ਸਾਰੇ ਸੋਹਣੇ ਕੱਪੜੇ ਚਾਹੀਦੇ ਆ, ਕਿਸੇ ਚੀਜ਼ ਦੀ ਲੋੜ ਨਹੀਂ। ਖੁਸ਼ੀ, ਆਨੰਦ ਇਹਨਾਂ ਚੀਜ਼ਾਂ ਵਿੱਚ ਨਹੀਂ, ਨਾ ਸੋਹਣੇ ਕੱਪੜਿਆਂ ਵਿੱਚ ਆ, ਨਾ ਬਹੁਤ ਸਾਰੇ ਪੈਸੇ ਵਿੱਚ ਆ। ਖੁਸ਼ੀ ਤਾਂ ਤੁਹਾਡੇ ਅੰਦਰ ਆ, ਬਸ ਉਹਨੂੰ ਬਾਹਰ ਕੱਢਣਾ ਸਿੱਖ ਲਓ ਤੁਸੀਂ। ਕਈ ਬੰਦੇ ਸਾਡੇ ਕੋਲ ਦੀ ਲੰਘ ਜਾਂਦੇ ਆ, ਅਸੀਂ ਕਹਿੰਦੇ ਯਾਰ ਇਹਦੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਸੀ, ਇਹਨੂੰ ਮਿਲਣ ਨੂੰ ਦਿਲ ਕਰਦਾ, ਇਹਦੇ ਨਾਲ ਗੱਲ ਕਰੀਏ ਯਾਰ। ਉਹ ਤਾਂ ਸਾਨੂੰ ਜਾਣਦਾ ਵੀ ਨਹੀਂ ਹੁੰਦਾ ਗਾ। ਕਿਉਂ ਤੁਹਾਡਾ ਦਿਲ ਕਰਦਾ ਕਿ ਮੈਂ ਇਸ ਨਾਲ ਗੱਲ ਕਰਾਂ? ਕਿਉਂਕਿ ਤੁਹਾਡੀ ਫ੍ਰੀਕੁਐਂਸੀ ਕਿਤੇ ਨਾ ਕਿਤੇ ਉਹਦੇ ਨਾਲ ਰਲ ਜਾਂਦੀ ਆ। ਉਸ ਬੰਦੇ ਦੀ ਪਰਸਨੈਲਿਟੀ ਤੋਂ ਤੁਸੀਂ ਪ੍ਰਭਾਵਿਤ ਹੋ ਜਾਂਦੇ ਕਿ ਯਾਰ ਇਹਦੇ ਨਾਲ ਗੱਲ ਕਰੀਏ, ਖਿੜਿਆ ਪਿਆ। ਸਾਡੇ ਕੋਲ ਯਾਰ ਕਿੰਨੀਆਂ ਉਦਾਹਰਨਾਂ, ਨਿੱਕੀਆਂ ਨਿੱਕੀਆਂ, ਗੁਲਾਬ ਕੰਡਿਆਂ ਦੇ ਵਿੱਚ ਵੀ ਹੱਸੀ ਜਾਂਦਾ। ਕਦੇ ਕੋਲ ਖੜ ਕੇ ਉਹਦੇ ਨਾਲ ਗੱਲ ਤਾਂ ਕਰਕੇ ਦੇਖੋ ਵੀ ਯਾਰ ਤੇਰੇ ਆਲੇ ਦੁਆਲੇ ਕੰਡੇ ਹੀ ਕੰਡੇ ਆ, ਤੂੰ ਖਿੜਿਆ ਕਿਵੇਂ ਪਿਆ, ਤੂੰ ਖੁਸ਼ ਕਿਵੇਂ ਆ? ਉਹ ਕਹੂਗਾ ਕਿ ਮੈਨੂੰ ਇਹਨਾਂ ਕੰਡਿਆਂ ਦੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ ਮੇਰਾ। ਇਹ ਆਪਦਾ ਕੰਮ ਕਰੀ ਜਾਂਦੇ ਆ, ਮੈਂ ਆਪਦਾ ਸਾਰਿਆਂ ਨੂੰ ਵੰਡੀ ਜਾਂਦਾ ਖੁਸ਼ੀ। ਜਦੋਂ ਅਸੀਂ ਖੁਸ਼ੀਆਂ ਵੰਡਾਂਗੇ ਉਦੋਂ ਅਸੀਂ ਮਾਨਸਿਕ ਤੌਰ 'ਤੇ ਠੀਕ ਰਹਾਂਗੇ। ਜਿਹੜਾ ਮੈਂਟਲ ਸਾਡੀ ਹੈਲਥ ਆ ਨਾ, ਮੈਂਟਲ ਹੈਲਥ ਆ, ਇਹ ਬਹੁਤ ਜ਼ਰੂਰੀ ਅੱਜ ਦੇ ਯੁੱਗ ਵਿੱਚ। ਯਾਰ ਮੈਂ ਕਹਿੰਦਾ ਵੀ ਕਿੰਨੇ ਬੰਦੇ ਨੇ ਉਹਨਾਂ ਕੋਲ ਕੋਈ ਕੁਛ ਨਹੀਂ ਗਾ, ਜੇ ਜਮਾਂ ਕੁਛ ਨਹੀਂ ਨਾ, ਵਿਹਲੇ ਆ ਝਾਮਾ ਜਿਹਾ ਲੈ ਕੇ ਬਹਿ ਜਾਣਗੇ, ਉਂਗਲਾਂ ਮਾਰੀ ਜਾਣਗੇ, ਕਿਤੇ ਉਹ ਦੇਖ ਲਿਆ, ਕਿਤੇ ਉਹ ਦੇਖ ਲਿਆ। ਮੈਂ ਕਹਿੰਦਾ ਕਿ ਤੁਸੀਂ ਸਿਹਤ ਨੂੰ ਤੰਦਰੁਸਤ ਰੱਖਣ ਲਈ, ਆਪਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ, ਰਾਤ ਨੂੰ ਸੌਣ ਤੋਂ ਪਹਿਲਾਂ 15 ਮਿੰਟ ਗੀਤ ਸੁਣੋ, ਪਿਆਰੇ ਗੀਤ ਸੁਣੋ, ਤੁਹਾਨੂੰ ਰੱਜ ਕੇ ਗੂੜੀ ਨੀਂਦ ਆ ਜਾਊਗੀ। ਇਹ ਤਾਂ ਕਰਨਾ ਨਹੀਂ ਅਸੀਂ ਤਾਂ ਗਾਲਾਂ ਕੱਢ ਕੇ ਸੌਣਾ ਜਾ। ਸਵੇਰੇ ਉੱਠਣ ਸਾਰੀ ਫੇਰੇ ਇਸੇ ਮੂੰਹ ਦੇ ਵਿੱਚੋਂ ਬੋਲੀ ਜਾਣਾ ਹੋਵੇ, ਜਿਹੜਾ ਡਿੱਕੇ ਆ ਗਿਆ, ਜਵਾਕ ਆ ਗਿਆ ਸਾਡਾ, ਉਹ ਆ। ਜੇ ਕੋਈ ਮਾੜਾ ਜਿਹਾ 5 ਮਿੰਟ ਲੇਟ ਹੋ ਗਿਆ ਕਿਸੇ ਕੰਮ ਤੋਂ, ਤੂੰ ਮਰ ਗਿਆ ਓਏ, ਤੂੰ ਆਹ ਨਹੀਂ ਕੀਤਾ, ਜੋ ਨਹੀਂ। ਸਵੇਰੇ ਹੀ ਅਸੀਂ ਚੌਥਾ ਗੇਅਰ ਪਾ ਲੈਣਾ ਆਪਦੇ ਬ੍ਰੇਨ 'ਚ। ਜੇ ਮਾੜਾ ਜਿਹਾ ਕਿਸੇ ਨੂੰ, ਮਾੜਾ ਜਿਹਾ ਤੁਹਾਡੇ ਤੁਰਦੇ ਤੁਰਦੇ ਡਿਊਟੀ 'ਤੇ ਕੋਈ ਇਹੋ ਜਿਹੀ ਗੜਬੜ ਹੋ ਗਈ, ਬਸ ਖਤਮ ਹੈ। ਕਿਉਂ ਯਾਰ ਅਸੀਂ ਕਿਉਂ ਟੈਨਸ਼ਨ ਕਰੀ ਜਾਂਦੇ? ਇਸ ਨੇ ਸਾਨੂੰ ਪੋਜ਼ੀਟਿਵ ਸੋਚਣ ਲਈ ਕਿਹਾ ਸੀਗਾ। ਇਹ ਬ੍ਰੇਨ ਸਾਨੂੰ ਤਾਂ ਦਿੱਤਾ ਸੀ ਵੀ ਪੋਜ਼ੀਟਿਵ ਸੋਚੋ। ਇਹਦੇ 'ਚ ਤੁਸੀਂ ਇੱਕ ਦਿਨ ਤਜਰਬਾ ਕਰਕੇ ਦੇਖਿਓ। ਮੰਨ ਲਓ ਮੈਨੂੰ ਇੱਕ ਸੁਪਰੀਮ ਪਾਵਰ ਨੇ ਕਹਿਤਾ ਆ ਕੇ ਬਈ ਤੂੰ ਡਾਕਟਰ ਸਾਹਿਬ ਅੱਜ ਦਾ ਦਿਨ ਹੀ ਆ, ਕੱਲ੍ਹ ਨੂੰ ਨਹੀਂ ਤੂੰ ਇਸ ਧਰਤੀ 'ਤੇ। ਹੁਣ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਕੋਲ 24 ਘੰਟੇ ਆ, ਮੈਂ ਕਿਸੇ ਨਾਲ ਨਹੀਂ ਲੜਦਾ। ਮੈਂ ਕਿਹਾ ਨਹੀਂ ਯਾਰ, ਤੇਰੇ ਨਾਲ ਮੇਰਾ ਇੱਕ ਮਾੜਾ ਮੋਟਾ ਕਿਤੇ ਗੁੱਸਾ ਹੋ ਗਿਆ ਸੀ ਬਾਈ, ਸੌਰੀ, ਐਂ ਨਹੀਂ ਕਰੀਦਾ ਹੁੰਦਾ, ਲੜੀਦਾ ਨਹੀਂ ਹੁੰਦਾ। ਮੈਂ ਹਰ ਇੱਕ ਦੇ ਕੰਮ ਆਊਂਗਾ ਬਈ ਅੱਜ ਯਾਰ, ਅੱਜ ਦਾ ਦਿਨ ਆਹ ਵੀ ਕਰਦੇ ਆ, ਇਹਦਾ ਵੀ ਕਰਦੇ ਆ, ਉਹਦਾ ਵੀ ਕਰਦੇ ਆ, ਉਹਦਾ ਵੀ ਕਰਦੇ ਆ। ਅਤੇ ਉਹ ਸਾਰਾ ਦਿਨ ਕਰਨ ਤੋਂ ਬਾਅਦ ਕੀ ਹੋਇਆ, ਅਗਲਾ ਦਿਨ ਮੈਨੂੰ ਬੋਨਸ ਵਿੱਚ ਫੇਰ ਦਿੱਤਾ। ਕਹਿੰਦਾ ਯਾਰ ਤੂੰ ਤਾਂ ਬੜਾ ਕੰਮ ਕੀਤਾ ਅੱਜ, ਬੋਨਸ ਦਾ ਦਿਨ ਲੈਣਾ ਸਿੱਖ ਲਓ ਤੁਸੀਂ ਬਸ। ਜਿਹਦੇ ਕੋਲੇ ਬੋਨਸ ਦਾ ਜਿਹਨੂੰ ਦਿਨ ਮਿਲਣ ਲੱਗ ਗਿਆ ਨਾ, ਉਹ ਬੰਦੇ ਦੀ ਜ਼ਿੰਦਗੀ ਵਧੀਆ। ਕਿਉਂ ਐਵੇਂ ਸਾਰਾ ਦਿਨ ਯਾਰ ਤੁਸੀਂ ਐਵੇਂ ਬੋਝ ਲੱਦ ਕੇ ਘਰੇ ਲੈ ਗਏ, ਘਰੋਂ ਲੱਦਿਆ ਹੋਇਆ ਬੋਝ ਇੱਥੇ ਲੈ ਗਏ। ਦੋਹਾਂ ਥਾਵਾਂ 'ਤੇ ਨਾ ਤੁਸੀਂ ਘਰ 'ਚ ਇਨਸਾਫ ਕਰ ਸਕਦੇ ਆ, ਨਾ ਇੱਥੇ ਆਪਣੀ ਡਿਊਟੀ 'ਤੇ ਕਰ ਸਕਦੇ। ਮੈਂ ਬੜਾ ਹੱਸਦਾ ਨਾ, ਕੋਈ ਅਫਸਰ ਨੇ ਸਾਨੂੰ ਵੱਡੇ ਨੇ ਘੂਰਤਾ, ਮੰਨ ਲਓ, ਮੈਂ ਹੀ ਕਹਿਤਾ ਇਹਨਾਂ ਨੂੰ ਯਾਰ ਕਮਾਲ ਹੋ ਗਈ ਤੇਰੇ ਵਾਲੀ, ਨਿੱਕਾ ਜਿਹਾ ਕੰਮ ਸੀ, ਘੰਟੇ 3 ਹੋ ਗਿਆ ਤੈਨੂੰ ਕਹੇ, ਬਸ ਸਾਰਾ ਦਿਨ ਡਿਸਟਰਬ ਹੋ ਗਿਆ। ਇਹ ਕਹਿ ਵੀ ਸਕਦਾ ਕਿ ਸਰ ਮੈਂ ਇਸ ਕੰਮ 'ਚ ਬਿਜੀ ਸੀ, ਹੁਣ ਕਰ ਦਿੰਦੇ ਹਾਂ, ਕਿੱਡੀ ਕੁ ਵੱਡੀ ਗੱਲ ਹੈ। ਜਦੋਂ ਤੁਹਾਡਾ ਵੇ ਆਫ ਟਾਕਿੰਗ ਪੋਜ਼ੀਟਿਵ ਹੋ ਗਿਆ,
ਤੁਸੀਂ ਤੰਦਰੁਸਤ ਖਾਣਾ ਖਾਂਦੇ ਹੋਏ ਕਦੇ ਵੀ ਨਾ ਹੱਸੋ, ਖੁੱਲ੍ਹ ਕੇ ਹੱਸ ਲਓ ਯਾਰ। ਪਹਿਲਾਂ ਖਾਣਾ ਵੀ ਆ ਚੱਲੀਏ ਯਾਰ, ਅੱਜ ਕੱਲ੍ਹ ਦੇਖਦੇ ਹਾਂ ਆਪਣਾ ਕੀ ਮੈਸੇਜ ਕੀ ਬਣਿਆ। ਚਾਹੇ ਤਰੀ ਵਾਲੇ ਆਲੂ ਹੀ ਬਣੇ ਹੋਣ ਯਾਰ, ਹੱਸਦੇ ਚਿਹਰੇ ਖਾ ਲਓ ਉਹਨੂੰ ਵੀ ਯਾਰ, ਆਨੰਦ ਆ ਗਿਆ। ਮੈਨੂੰ ਨਹੀਂ ਲੱਗਦਾ ਵੀ ਕਿਸੇ ਬੰਦੇ ਨੇ ਅੱਜ ਤੱਕ ਕਿਹਾ ਹੋਵੇ ਆਪਦੇ ਘਰ ਵਾਲੀ ਨੇ, ਭਾਵੇਂ ਉਹਨੇ ਜਿੰਨੀ ਮਰਜ਼ੀ ਵਧੀਆ ਸਬਜ਼ੀ ਬਣਾਤੀ ਹੋਵੇ, ਨੁਕਸ ਕੱਢਣਾ ਯਾਰ ਅਸੀਂ ਲੂਣ ਹੀ ਵੱਧ ਪਾਤਾ, ਆ ਯਾਰ ਕਮਾਲ ਹੀ ਕਰਤੀ ਤੂੰ, ਠੰਡੀ ਜੀ ਸਬਜ਼ੀ ਫੜਾਤੀ, ਉਹਦਾ ਪੂਰਾ ਜ਼ੋਰ ਲੱਗਿਆ ਹੋਇਆ ਕਿਸੇ ਇੱਕ ਮਿੰਟ ਦੇ ਵਿੱਚ, ਕਿਉਂਕਿ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ। ਜਦੋਂ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਹੋਏ ਨਾ, ਤੇ ਉਦੋਂ ਨੂੰ ਕਹਾਂਗੇ ਆ ਜਾ ਯਾਰ ਬੈਠ ਇਕੱਠੇ ਖਾਂਦੇ ਰੋਟੀ ਆਪਾਂ। ਤੇ ਜਿਹੜਾ ਫਿਰ ਇਕੱਠੇ ਬੈਠ ਕੇ ਰੋਟੀ ਖਾਣ ਦਾ ਆਨੰਦ ਆ, ਉਹ ਕਿਤੇ ਹੋਰ ਨਹੀਂ ਮਿਲਦਾ। ਪਰਿਵਾਰਕ ਟੈਨਸ਼ਨਾਂ, ਸਮਾਜਿਕ ਟੈਨਸ਼ਨਾਂ, ਸਾਡੀ ਜੋਬ ਦੀਆਂ ਟੈਨਸ਼ਨਾਂ, ਅਸੀਂ ਸਾਰਾ ਕੁਝ ਮਿਕਸ ਕਰਤਾ। ਮਿਕਸ ਵੈਜੀਟੇਬਲ ਨਹੀਂ ਹੁੰਦੀ ਗੀ, ਜਾਂਦੇ ਅਸੀਂ ਕਹਿੰਦੇ ਆਹ ਵੀ ਪਾ ਲਓ ਯਾਰ ਇੱਕ ਕੜਛੀ ਚੱਕ ਕੇ, ਉਹ ਸਾਰਾ ਕੁਝ ਚੱਕ ਕੇ ਤੁਰੇ ਫਿਰਦੇ ਅਸੀਂ। ਤੁਸੀਂ ਯਾਰ ਹੱਸਦੇ ਜੇ। ਮੈਨੂੰ ਪਤਾ ਬਈ ਡਾਕਟਰਾਂ ਨੂੰ ਹਰ ਮਹੀਨੇ 5000 ਦੇਣ ਦੀ ਬਜਾਏ ਉਹ 2000 ਫਰੂਟ 'ਤੇ ਲਾ ਦਿਓ, ਤੰਦਰੁਸਤ ਰਹੋਗੇ ਤੁਸੀਂ। ਵੀ ਯਾਰ ਅਸੀਂ 2000 ਰੁਪਏ ਦਾ ਫਰੂਟ ਹੀ ਖਾਣਾ, ਸਾਰਾ ਟੱਬਰ ਖਾਓਗੇ, ਨਾਲੇ ਰੱਜ ਕੇ ਬੈਠ ਕੇ ਖਾਓਗੇ। ਇੱਕ ਮੈਂ ਤੁਹਾਨੂੰ ਹੋਰ ਜਿਹੜਾ ਮੇਰਾ ਬਿਟਰ ਐਕਸਪੀਰੀਅੰਸ ਆ ਤੁਹਾਡੇ ਬਾਰੇ, ਉਹ ਇਹ ਆ ਵੀ ਆਪਦੇ ਘਰ ਦੇ ਵਿੱਚ ਨਾ, ਜਦੋਂ ਤੁਸੀਂ ਪਰਿਵਾਰ ਨੂੰ ਮਿਲਣਾ, ਯੂਨੀਫਾਰਮ ਵਿੱਚ ਨਹੀਂ ਮਿਲਣਾ ਤੁਸੀਂ, ਕਿਉਂਕਿ ਯੂਨੀਫਾਰਮ ਵਿੱਚ ਤੁਸੀਂ ਤੁਹਾਡਾ ਜਿਹੜਾ ਪ੍ਰਭਾਵ ਆ ਨਾ, ਉਹ ਬੱਚਿਆਂ 'ਤੇ ਵੀ ਗਲਤ ਆ, ਘਰ ਵਾਲੀ 'ਤੇ ਵੀ ਗਲਤ ਆ, ਦੋਸਤਾਂ ਮਿੱਤਰਾਂ 'ਤੇ ਵੀ ਗਲਤ ਆ। ਹੈਪੀ ਮੂਡ 'ਚ ਰਹੋ। ਮੈਂ ਸਾਰਾ ਦਿਨ ਟਾਈ ਲਾ ਕੇ ਤੁਰਿਆ ਫਿਰਦਾ। ਮੇਰੇ ਕੋਲ ਪਿੰਡ ਬੰਦੇ ਆ ਗਏ, ਦਲਜੀਤ ਸਿੰਘ, ਮੈਂ ਮੱਝਾਂ ਨੂੰ ਨੁਆਈ ਜੀ ਜਾਂਦਾ ਸੀ। ਮੈਂ ਕਿਹਾ ਵੀ ਦੁੱਧ ਵੀ ਪੀਣਾ, ਇਹ ਮੈਂ ਪਿੰਡ ਆਇਆ ਯਾਰ, ਕਦੇ ਕੰਮ ਤਾਂ ਕਰਕੇ ਦੇਖ ਲਈਏ। ਉਹ ਮੇਰੇ ਕੋਲ ਬੰਦੇ ਆਏ, ਕਹਿੰਦੇ ਜੀ ਭਾਈ ਸਾਹਿਬ, ਉਹਨਾਂ ਨੇ ਆਖਿਆ ਵੀ ਬੰਦਾ ਯਾਰ ਚਾਦਰਾ ਜਿਹਾ ਬੰਨੀ ਫਿਰਦਾ, ਸਿਰ 'ਤੇ ਪਰਨਾ ਜਿਹਾ ਬੰਨਿਆ, ਇਹ ਡਾਕਟਰ ਨੂੰ ਪੁੱਛੀਏ, ਇਹਨੂੰ ਪਤਾ ਹੋਊਗਾ। ਕਹਿੰਦੇ ਜੀ ਅਸੀਂ ਡਾਕਟਰ ਸਾਹਿਬ ਨੂੰ ਮਿਲਣਾ। ਮੈਂ ਕਿਹਾ ਕੋਈ ਨਹੀਂ, ਘਰੇ ਹੀ ਆ ਉਹ, ਅਤੇ ਤੁਸੀਂ ਬੈਠੋ। ਬੈਠ 'ਚ ਬਹਿ ਗਏ, ਚਾਹ ਚੂ ਪਿਲਾਤੀ ਉਹਨਾਂ ਨੂੰ। ਉਹ ਫਿਰ ਤੇਜ਼ੀ ਨਾਲ ਇੱਕ ਹੋਰ ਉੱਠ ਕੇ ਆ ਗਿਆ, ਕਹਿੰਦਾ ਯਾਰ ਬਾਈ ਤੈਨੂੰ ਆਖਿਆ ਸੀ ਡਾਕਟਰ ਸਾਹਿਬ ਨੂੰ ਮਿਲਾ ਦਿਓ। ਮੈਂ ਕਿਹਾ ਆਉਂਦੇ 5 ਮਿੰਟਾਂ 'ਚ ਹੀ ਆ ਜਾਂਦੇ ਆ ਸਾਡੇ ਕੋਲ। ਉਦੋਂ ਬਾਅਦ ਮੈਂ ਨਵੇੜਿਆ ਆਪਦਾ ਕੰਮ, ਮੂੰਹ ਹੱਥ ਧੋਤਾ, ਧੋ ਕੇ ਕੁੜਤਾ ਪਜਾਮਾ ਪਾਇਆ, ਅਤੇ ਮੈਂ ਕਿਹਾ ਵੀ ਹਾਂ ਦੱਸੋ। ਕਹਿੰਦੇ ਜੀ ਡਾਕਟਰ ਸਾਹਿਬ ਨੂੰ ਮਿਲਣਾ ਸੀ। ਉਹ ਮੈਂ ਕਿਹਾ ਮੈਂ ਹੀ ਡਾਕਟਰ ਹਾਂ, ਮੈਨੂੰ ਦੱਸੋ ਤਾਂ ਸਹੀ ਗੱਲ ਕੀ ਆ। ਉਹ ਕਹਿੰਦੇ ਜੀ ਅਸੀਂ ਤਾਂ ਇਹ ਸੋਚਿਆ ਸੀ ਵੀ ਟਾਈ ਲੱਗੀ ਹੋਊ, ਕੋਟ ਪਾਇਆ ਹੋਊ, ਆਏ ਹੋਣਗੇ, ਠਾਠੀ ਬੰਨੀ ਹੋਊ, ਅਤੇ ਤੁਸੀਂ ਤਾਂ ਕਹਿੰਦੇ ਮੱਝਾਂ ਨੁਆਈ ਜਾਂਦੇ ਸੀ। ਮੈਂ ਕਿਹਾ ਜਿਹੜੀ ਚਾਹ ਪੀ ਕੇ ਹਟਿਆ ਨਾ, ਇਹਨਾਂ ਮੱਝਾਂ ਦਾ ਹੀ ਆ। ਮੈਂ ਜਦੋਂ ਪਿੰਡ ਆਉਣਾ, ਮੈਂ ਘਰ ਦਾ ਕੰਮ ਕਰਦਾ, ਮੈਨੂੰ ਘਰ ਦੇ ਕੰਮ 'ਚ ਖੁਸ਼ੀ ਮਿਲਦੀ ਆ। ਹੁਣ ਜੇ ਅਸੀਂ ਉਵੇਂ ਜਿਹੇ ਰਹੀਏ ਵੀ ਕੁਛ ਵੀ ਨਹੀਂ ਕਰਨਾ, ਹੱਥ ਕਾਹਦੀ ਖਾਤਰ ਦਿੱਤੇ, ਕੰਮ ਖਾਤਰ ਦਿੱਤੇ। ਨਾਲੇ ਮੈਂ ਯਾਰ ਆਪਦੇ ਘਰ ਦਾ ਕੰਮ ਕੀਤਾ, ਮੈਂ ਕਿਸੇ ਦਾ ਥੋੜ੍ਹੋ ਕੀਤਾ। ਜੇ ਮੈਂ ਘਰ ਦਾ ਕੰਮ ਨਾ ਕਰਾਂ ਤਾਂ ਮੈਂ ਡਾਕਟਰ ਬਾਹਰ ਹਾਂ, ਘਰੇ ਨਹੀਂ। ਮੈਂ ਘਰੇ ਤਾਂ ਮੈਂ ਆਮ ਪਰਿਵਾਰ ਦਾ ਮੈਂਬਰ ਹਾਂ। ਹੁਣ ਜਦੋਂ ਅਸੀਂ ਪਰਿਵਾਰਕ ਤੌਰ 'ਤੇ ਤੰਦਰੁਸਤ ਹਾਂ, ਪਰਿਵਾਰਕ ਤੌਰ 'ਤੇ ਖੁਸ਼ ਹਾਂ, ਅਸੀਂ ਡਿਪਰੈਸ਼ਨ 'ਚ ਨਹੀਂ ਜਾਵਾਂਗੇ। ਜੇ ਮੈਂ ਸਮਾਜਿਕ ਤੌਰ 'ਤੇ ਲੋਕਾਂ ਨਾਲ ਵਿਚਰਦਾ, ਲੋਕਾਂ ਦੇ ਦੁੱਖ ਸੁੱਖ 'ਚ ਜਾਣਾ ਆਉਣਾ, ਮੈਂ ਤੰਦਰੁਸਤ ਰਹੂੰਗਾ। ਸਮਾਜਿਕ ਕਾਰਨ ਆ ਜਿਹਦੇ ਵਿੱਚੋਂ ਲੋਕ ਸਾਡੇ ਬੱਚੇ ਨਸ਼ਿਆਂ ਵੱਲ ਨੂੰ ਵੱਧ ਗਏ। ਇਹ ਡਿਪਰੈਸ਼ਨ ਦਾ ਸ਼ਿਕਾਰ ਸੀ। ਉਹਨਾਂ ਨੂੰ ਪਤਾ ਵੀ ਸਾਨੂੰ ਜੋਬ ਨਹੀਂ ਮਿਲਣੀ, ਅਸੀਂ ਪੜ੍ਹਨਾ ਨਹੀਂ ਗਾ। ਆਹ ਹੁਣ ਕੀ ਹੋ ਗਿਆ, ਆਹ ਬਿਨਾਂ ਇਮਤਿਹਾਨਾਂ ਤੋਂ 2 ਸਾਲ ਤੋਂ ਪਾਸ ਕਰਦੇ ਸਾਰੇ। ਜਦ ਸਾਰੇ ਹੀ ਪਾਸ ਕਰਦੇ, ਆਉਂਦਾ ਐਲ ਦੀ ਥਾਂ ਕੁੱਕੜ ਨਹੀਂ ਉਹਨਾਂ ਨੂੰ, ਕੱਖ ਨਹੀਂ ਆਉਂਦਾ ਗਾ ਉਹਨਾਂ ਨੂੰ। ਲੈ ਉਹਨਾਂ ਨੂੰ ਕਹਦੇ ਆਪਦੇ ਪਿਓ ਦਾ ਨਾਂ ਤੂੰ ਠੀਕ ਲਿਖ ਦੇ ਵੇ, ਨਹੀਂ ਲਿਖ ਸਕਦੇ, ਕਿਉਂਕਿ ਉਹ ਗਏ ਨਹੀਂ, ਸਕੂਲ ਹੀ ਨਹੀਂ ਗਏ। ਸਵੇਰੇ ਉੱਠੋ ਸਵਖਤੇ, ਰੱਜ ਕੇ ਨੀਂਦ ਲੈ ਲਓ। ਸਵੇਰੇ ਜਿੰਨੇ ਕੁ ਤੁਸੀਂ ਤੁਰ ਫਿਰ ਸਕਦੇ ਆ, ਕੋਈ ਜ਼ਰੂਰੀ ਨਹੀਂ ਵੀ 5 ਕਿਲੋਮੀਟਰ ਹੀ ਜਾਣਾ। ਜੇ 1 ਕਿਲੋਮੀਟਰ ਕੋਈ ਤੁਰ ਸਕਦਾ, 1 ਕਿਲੋਮੀਟਰ ਜਾਇਓ।
ਖੁੱਲ੍ਹ ਕੇ ਹੱਸੋ, ਘਰ ਦੇ ਵਿੱਚ ਗੱਲਾਂ ਕਰੋ, ਦੋਸਤਾਂ ਮਿੱਤਰਾਂ ਨੂੰ ਇੱਕ ਦਿਨ ਮਹੀਨੇ ਦੇ ਵਿੱਚ ਇੱਕ ਦਿਨ ਸਾਰੀਆਂ ਗੱਲਾਂ 'ਤੇ ਕਾਟਾ ਮਾਰ ਦਿਓ। ਉਹਨਾਂ ਨੂੰ ਕਹੋ ਵੀ ਅੱਜ ਨਾ ਆਊਟਿੰਗ ਹੀ ਕਰਨੀ ਹੈ। ਵਗਦਾ ਹੋਇਆ ਪਾਣੀ ਆ ਜਿੱਥੇ, ਉੱਥੇ ਟਿੱਟਾ ਬੈਠਿਆ। 3 ਗੱਲਾਂ ਸਿੱਧੀਆਂ ਜੀਆਂ, ਜਟਕਾ ਜਿਹਾ ਫਾਰਮੂਲਾ ਵੀ ਜਿਹਨੂੰ ਖਿੜੇ ਹੋਏ ਫੁੱਲ ਚੰਗੇ ਨਹੀਂ ਲੱਗਦੇ, ਵਗਦਾ ਹੋਇਆ ਪਾਣੀ ਚੰਗਾ ਨਹੀਂ ਲੱਗਦਾ, ਤਾਰਿਆਂ ਭਰੀ ਰਾਤ ਚੰਗੀ ਨਹੀਂ ਲੱਗਦੀ, ਉਹ ਮਨੋਰੋਗੀ ਆ, ਉਹ ਮਾਨਸਿਕ ਬਿਮਾਰ ਆ ਬੰਦਾ। ਹੁਣ ਇਹ 3 ਗੱਲਾਂ ਅਸੀਂ ਤਾਂ ਕਦੇ ਸੋਚੀਆਂ ਹੀ ਨਹੀਂ ਵੀ ਯਾਰ ਕਦੇ ਤਾਰਿਆਂ ਭਰੀ ਰਾਤ ਹੀ ਨਹੀਂ। ਤੁਸੀਂ ਤਾਂ ਭਾਵੇਂ ਦੇਖ ਲਈ ਹੋਵੇ, ਆ ਨਵੀਂ ਪੀੜ੍ਹੀ ਆ ਜਿਹੜੇ 4-5 ਸਾਲ ਦੇ ਤੁਹਾਡੇ ਪੋਤੇ ਪਾਤੇ ਆ ਕਿਸੇ ਦੇ, ਉਹਨਾਂ ਨੇ ਤਾਂ ਦੇਖਣਾ ਨਹੀਂ, ਉਹ ਤਾਂ ਅੰਦਰ ਹੀ ਰਹਿੰਦੇ ਨੇ। ਹਾੜ ਹੋਵੇ ਸਿਆਲ ਹੋਵੇ, ਉਹਨਾਂ ਨੇ ਤਾਰਿਆਂ ਭਰੀ ਰਾਤ ਨਹੀਂ ਦੇਖਣੀ। ਤਾਰਿਆਂ ਭਰੀ ਰਾਤ ਦੇਖਣਾ ਮਨੋ ਰੋਗ ਤੋਂ ਬੰਦੇ ਨੂੰ ਦੂਰ ਲੈ ਕੇ ਜਾਂਦਾ। ਤੁਸੀਂ ਸੋਚ ਲਓ ਕਦੇ। ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਦੇਣ ਦੀ, ਕਿਉਂਕਿ ਇਹ ਦੇਹੀ ਬਿਣਸ ਜਾਣੀ, ਚਾਹੇ ਰੋਜ਼ ਮਾਲਸ਼ਾਂ ਕਰੀਏ, ਇਹਨੂੰ ਪਾਸਿਓਂ ਧੋਣ ਦਾ ਕੀ ਫਾਇਦਾ ਜੀ। ਅੰਦਰੋਂ ਪਿਉਰੀਫਾਈ ਕਰੋ, ਅੰਦਰੋਂ ਉਦੋਂ ਹੋਣੀ ਆ ਜਦੋਂ ਤੁਸੀਂ ਡਿਪਰੈਸ਼ਨ ਤੋਂ ਬਚੋਗੇ। ਕਦੇ ਵੀ ਇਹ ਨਾ ਸੋਚੋ ਕਿ ਯਾਰ ਮੇਰੇ ਮਨ 'ਤੇ ਬੋਝ ਆ। ਬੋਝ ਕਾਹਦਾ ਯਾਰ? ਕਿਸੇ ਸੁਪਰੀਮ ਪਾਵਰ ਨੂੰ ਕਹਿ ਕੇ ਦੇ ਦਿਓ ਵੀ ਜਾ ਯਾਰ ਮੇਰਾ ਕੰਮ ਸੀ, ਮੈਂ ਤਾਂ ਸ਼ੁਰੂ ਕਰਤਾ, ਹੁਣ ਨਿਬੇੜਨਾ ਤੂੰ ਆ। ਬਸ ਐਵੇਂ ਚਿੰਤਾ ਲਾਈ ਜਾਣੀ, ਆਏ ਨਾ ਹੋ ਜੇ, ਆਹ ਨਾ ਹੋ ਜੇ, ਉਹ ਨਾ ਹੋ ਜੇ, ਆਹ ਨਾ ਹੋ ਜੇ, ਸਭ ਕੁਛ ਹੋ ਜਾਂਦਾ। ਜੇਬ ਨੋਟਾਂ ਨਾਲ ਭਰ ਕੇ ਡਾਕਟਰ ਦੇ ਜਾਓ, ਥੁੜ ਜਾਣਗੇ। ਤੰਦਰੁਸਤਾਨਾ ਤੇ 10 ਰੁਪਏ ਨਹੀਂ ਸਾਰਾ ਦਿਨ 'ਚ ਖਰਚ ਸਕਦੇ ਤੁਸੀਂ। ਫਿਰ ਕਿਉਂ ਨਾ ਅਸੀਂ 10 ਰੁਪਏ ਨਾ ਖਰਚਣ ਵਾਲੇ ਪਾਸੇ ਨੂੰ ਤੁਰ ਪਈਏ। ਮੇਰੇ ਕੋਲੇ ਬੜੇ ਦੋਸਤ ਮਿੱਤਰ ਆਉਂਦੇ ਨੇ, ਕਦੇ ਅਚੇਚ ਨਹੀਂ ਕੀਤਾ ਮੈਂ। ਸਭ ਤੋਂ ਮੇਰਾ ਪਿਆਰਾ ਵਿਦਿਆਰਥੀ ਹੈ। ਜੇ ਇਹ ਵੀ ਆ ਜੇ ਨਾ, ਜੇ ਮੇਰੇ ਘਰ ਦੇ ਵਿੱਚ ਮੰਨ ਲਓ ਬਿਸਕੁਟ ਹੈ ਨਹੀਂ ਗੇ, ਮੈਂ ਫੋਕੀ ਚਾਹ ਰੱਖ ਦੂੰਗਾ, ਕਿਉਂਕਿ ਮੇਰੀ ਕਿਹੜਾ ਕਿ ਫੈਕਟਰੀ ਲਾਈ ਆ ਵੀ ਮੈਂ ਉੱਥੋਂ ਫਟਾਫਟ ਮੰਗਾ ਲੂੰ। ਮੈਂ ਵੀ ਦੁਕਾਨ 'ਤੇ ਜਾ ਕੇ ਲੈ ਕੇ ਆਊਂ। ਤੁਹਾਡੇ ਆਉਣ ਨਾਲ ਮੈਂ ਟੈਨਸ਼ਨ 'ਚ ਕਿਉਂ ਜਾਵਾਂ ਹੋਵਾਂ ਬਈ? ਨਾ ਮੇਰੇ ਆਉਣ 'ਤੇ ਤੁਸੀਂ ਟੈਨਸ਼ਨ 'ਚ ਹੋਵਾਂ, ਦੋਹੇ ਖੁਸ਼ ਹੈ। ਨਹੀਂ ਤੁਸੀਂ ਕਹੋਗੇ ਡਾਕਟਰ ਸਾਹਿਬ ਆਏ ਆ ਯਾਰ, ਮਠਿਆਈ ਲੈ ਲਈਏ, ਫਲਾਨੀ ਚੀਜ਼ ਵੀ ਰੱਖ ਲਈਏ, ਉਹ ਵੀ ਰੱਖ ਲਈਏ, ਉਹ ਵੀ ਰੱਖ ਲਈਏ। ਕਰਨੀਆਂ ਤਾਂ ਗੱਲਾਂ ਹੁੰਦੀਆਂ ਨੇ। ਤੁਸੀਂ ਪਲੇਟ ਚੱਕ ਕੇ ਮੂਹਰੇ ਆਹ ਵੀ ਖਾ ਲਓ, ਦੋ ਪੀਸ ਮਠਿਆਈ ਦੇ ਖਾ ਲਏ, ਮੈਂ ਬਿਮਾਰ ਹੋ ਜਾਣਾ। ਕਿਉਂਕਿ ਉਹ ਕਿਹੜਾ ਕਹਿੰਦਾ ਚੱਜਦੀ ਆ, ਪਤਾ ਨਹੀਂ ਕੀ ਕੁਛ ਮਿਕਸ ਕੀਤਾ ਹੋਇਆ। ਕਦੇ ਵੀ ਇਹ ਨਾ ਸੋਚੋ ਕਿ ਮੈਂ ਕਿਸੇ ਦੇ ਆਉਣ ਦੇ ਉੱਤੇ ਉਹਦਾ ਅਚੇਚ ਨਹੀਂ ਕਰ ਸਕਿਆ। ਨਾ ਅਚੇਚ ਕਰੋ, ਨਾ ਕਰਵਾਓ। ਇਸ ਲਈ ਬਹੁਤ ਹੀ ਜ਼ਰੂਰੀ ਆ ਤੁਹਾਡਾ ਆਪਣੇ ਆਪ ਨੂੰ ਤੰਦਰੁਸਤ ਰੱਖਣਾ, ਅਤੇ ਤੰਦਰੁਸਤ ਰੱਖਣ ਦੇ ਲਈ ਬਹੁਤਾ ਨਹੀਂ ਤਰਾਦਦ ਕਰਨ ਦੀ ਲੋੜ। ਬਸ ਖੁਸ਼ ਜਿਹਾ ਰਹਿਣਾ ਸਿੱਖ ਲਓ। ਮੈਂ ਬਹੁਤ ਕਹਿੰਦਾ ਹੁੰਦਾ, ਮੈਂ ਬਿਮਾਰ ਵੀ ਹੋ ਗਿਆ ਸੀ ਇੱਕ ਵਾਰ, ਫਿਰ ਵੀ ਓਪਟੀਮਿਸਟਿਕ ਰਿਹਾ। ਡਾਕਟਰਾਂ ਨੇ ਮੈਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ ਸੀਗੇ, ਫੂਡ ਪਾਈਪ ਵਿੱਚ ਉੱਲੀ ਲੱਗ ਗਈ ਮੇਰੇ। ਹੁਣ ਸਾਨੂੰ ਪਤਾ ਵੀ ਜੇ ਮਾੜਾ ਜਿਹਾ ਵੀ ਕੱਟ ਲੱਗ ਜੇ ਉਸ ਸਮੇਂ ਬੰਦੇ ਦੀ ਉੱਥੇ ਹੀ ਮੌਤ ਹੋ ਜਾਂਦੀ ਹੁੰਦੀ ਹੈ। ਥੀਏਟਰ ਆਪਰੇਸ਼ਨ ਥੀਏਟਰ 'ਚ ਹੀ ਮੌਤ ਹੋ ਜਾਣੀ ਸੀ। ਮੈਂ ਉਹਨੂੰ ਆਖਿਆ ਵੀ ਕੁਛ ਨਹੀਂ, ਵੀ ਡਾਕਟਰ ਸਾਹਿਬ ਇੱਕ ਇੰਨਾ ਕੁ ਧਿਆਨ ਰੱਖੋ ਵੀ ਮੇਰੇ ਕੰਮ ਬਹੁਤ ਅਧੂਰੇ ਆ ਕਰਨ ਵਾਲੇ। ਉਹ ਕਹਿੰਦਾ ਨਹੀਂ ਯਾਰ ਇਹਦਾ ਨਹੀਂ ਆਪਰੇਸ਼ਨ ਕਰਨਾ। 7 ਦਿਨਾਂ ਬਾਅਦ ਕਹਿੰਦਾ ਆ ਜਾ ਯਾਰ, ਆ ਜਾ ਹੁਣ ਤੂੰ ਆ ਜਾ। ਤੂੰ ਗਿਆ, ਆਪਰੇਸ਼ਨ ਕਰਕੇ ਬੰਦ ਕੀਤਾ। ਹੁਣ ਜੇ ਮੈਂ ਐਵੇਂ ਹੀ ਸੋਚੀ ਜਾਊਂਗਾ ਵੀ ਯਾਰ ਮੈਂ ਆਹ ਨਹੀਂ ਕਰਨਾ, ਮੇਰੇ ਸਟੰਟ ਪਿਆ ਹੋਇਆ, ਯਾਰ ਉਹ ਤਾਂ ਭੁੱਲ ਜਾਓ ਤੁਸੀਂ ਜਿਹੜਾ ਕੁਛ ਹੋ ਗਿਆ ਤੁਹਾਡੇ, ਜਿਹੜਾ ਕੱਲ੍ਹ ਸੀਗਾ, ਅਤੀਤ ਸੀ ਜਿਹੜਾ ਤੁਹਾਡਾ, ਕੱਲ੍ਹ ਲੰਘ ਗਿਆ। ਉਹਨੂੰ ਸਿਰ 'ਤੇ ਕਾਹਤੋਂ ਬੋਝ ਚੁੱਕਿਆ ਹੋਇਆ? ਡਿਪਰੈਸ਼ਨ ਦਾ ਕਾਰਨ ਹੀ ਇਹ ਬਣਦਾ ਕਿ ਕੱਲ੍ਹ ਆਹ ਹੋ ਗਿਆ ਯਾਰ, ਕੱਲ੍ਹ ਆਹ ਹੋ ਗਿਆ। ਕੱਲ੍ਹ ਦੇ ਉਦਰੇਵੇਂ ਵਿੱਚ ਅਸੀਂ ਆਪਦਾ ਪ੍ਰੈਜੈਂਟ ਅੱਜ ਦਾ ਦਿਨ ਖਰਾਬ ਕਰ ਲੈਂਦੇ। ਜਿਹੜਾ ਕੁਛ ਅੱਜ ਆ, ਜਾਂ ਤਾਂ ਕੱਲ੍ਹ ਨਾਲ ਜੁੜਿਆ ਹੋਇਆ, ਜਾਂ ਆਉਣ ਵਾਲੇ ਕੱਲ੍ਹ ਨਾਲ ਜੁੜਿਆ ਹੋਇਆ।
ਵੀ ਕੱਲ੍ਹ ਨੂੰ ਯਾਰ ਪਤਾ ਨਹੀਂ ਕੀ ਹੋ ਜਾਣਾ ਯਾਰ। ਭੁੱਜ 'ਚ ਦੇਖਿਆ ਸੀ ਕਿਸੇ ਨੇ ਕਿ 26 ਜਨਵਰੀ ਵਾਲੇ ਦਿਨ ਭੁਚਾਲ ਆ ਜਾਊਗਾ ਅਤੇ ਜਿਹੜੇ ਲੋਕ ਚਾਵਾਂ ਨਾਲ ਜਾ ਰਹੇ ਨੇ ਉਹਨਾਂ ਦੇ ਉੱਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਡਿੱਗ ਪੈਣਗੀਆਂ। ਕਦੇ ਵੀ ਇਸ ਤਰ੍ਹਾਂ ਦਾ ਨਾ ਸੋਚੋ ਵੀ ਕੱਲ੍ਹ ਵਾਲਾ ਦਿਨ ਕਿਹੋ ਜਿਹਾ ਹੋਊ ਯਾਰ, ਜਦੋਂ ਹੋਊਗਾ ਉਦੋਂ ਦੇਖੀ ਜਾਊ। ਜਿਹੜਾ ਲੰਘ ਗਿਆ ਉਹਨੇ ਮੁੜ ਕੇ ਆਉਣਾ। ਹਾਂ, ਇੰਨਾ ਜ਼ਰੂਰ ਆ ਵੀ ਜਿਹੜਾ ਕੁਛ ਕੱਲ੍ਹ ਲੰਘ ਗਿਆ, ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਉਹਨੂੰ ਅਸੀਂ ਰਿਪੀਟ ਨਾ ਕਰੀਏ, ਦੁਬਾਰਾ ਨਾ ਦੁਹਰਾਈਏ। ਇੱਕ ਦਲਜੀਤ ਸਿੰਘ ਜੀ, ਮੈਂ ਹੋਰ ਵੀ ਤੁਹਾਨੂੰ ਸੁਝਾਅ ਦਿੰਦਾ ਕਿ ਯਾਰ ਤੁਸੀਂ ਇੱਕ ਨਾ ਇੱਥੇ ਵਾਲੀਬਾਲ ਦਾ ਨੈੱਟ ਲਾਓ। ਸਾਰੇ ਬੰਦਿਆਂ ਨੂੰ ਕਹੋ ਵੀ ਨਹੀਂ ਖੇਡਣਾ ਆਉਂਦਾ ਨਾ ਸਹੀ, ਤੂੰ ਯਾਰ ਉਹੀ ਬਸ ਕਿਰਾਂ ਟੱਪ ਲਿਆ ਕਰ, ਰੱਸੀ ਟੱਪੋ। ਸਭ ਤੋਂ ਵਧੀਆ ਐਕਸਰਸਾਈਜ਼ ਆ ਔਰ ਮਨ ਨੂੰ ਸ਼ਾਂਤ ਰੱਖਣ ਵਾਲੀ ਆ, ਰੱਸੀ ਟੱਪੋ। ਆਏ ਤੁਹਾਡੀ ਐਕਸਰਸਾਈਜ਼ ਫਿਜ਼ੀਕਲ ਵੀ ਹੋਊਗੀ, ਦਿਮਾਗੀ ਵੀ ਸਟੇਬਲ ਰਹੋਗੇ। ਬਸ ਇੱਕ ਵਾਰ ਆਦਤ ਜੀ ਪਾਉਣ ਦੀ ਲੋੜ ਆ ਤੰਦਰੁਸਤੀ ਲਈ। ਕੋਈ ਬਾਹਲਾ ਵੱਡਾ ਉਪਰਾਲੇ ਕਰਨ ਦੀ ਲੋੜ ਨਹੀਂ ਵੀ ਡਾਕਟਰ ਨੂੰ ਪੁੱਛੋ। ਜਦ ਸੈਰ ਕਰ ਜਾਂਦੇ ਸੀ 60 ਬੰਦਿਆਂ ਦੀ ਇੰਟਰਵਿਊ ਲਈ ਇੱਕ ਦਿਨ, ਦੋ ਤਿੰਨ ਦਿਨ ਲਾ ਕੇ। ਹਾਂ ਬਾਈ ਭਾਈ ਸਾਹਿਬ ਤੁਸੀਂ ਸੈਰ ਕਰਦੇ ਆ? ਜਾਂ ਡਾਕਟਰ ਨੇ ਕਿਹਾ ਵੀ ਤੂੰ ਸੈਰ ਕਰਿਆ ਕਰ, ਡਾਕਟਰ ਨੇ ਕਿਹਾ ਤੂੰ ਖੁਸ਼ਕ ਫੁਲਕਾ ਖਾਇਆ ਕਰ, ਡਾਕਟਰ ਨੇ ਕਿਹਾ ਕਿ ਤੂੰ ਤੇਲ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ, ਤਲੀਆਂ ਚੀਜ਼ਾਂ। ਉਹ ਡਾਕਟਰ ਨੇ ਕਿਉਂ ਕਿਹਾ? ਤੂੰ ਗ੍ਰੈਜੂਏਟ ਆ, ਤੂੰ ਮੁਲਾਜ਼ਮ ਆ, ਇਹ ਤਾਂ ਤੈਨੂੰ ਵੀ ਪਤਾ। ਪਰ ਅਸੀਂ ਡਾਕਟਰ ਦੇ ਕਹਿਣ 'ਤੇ ਜ਼ਿਆਦਾ ਆਖੇ ਲੱਗਦੇ ਆ ਵੀ ਡਾਕਟਰ ਕਹਿੰਦਾ ਜੀ ਤੁਸੀਂ ਸੈਰ ਕਰਨੀ ਆ, ਮੈਂ ਸੈਰ ਕਰਨ ਲੱਗ ਗਿਆ। ਡਾਕਟਰ ਨੇ ਕਿਹਾ ਕਿ ਤੁਸੀਂ ਖੁਸ਼ਕ ਫੁਲਕਾ ਖਾਣਾ, ਮੈਂ ਖੁਸ਼ਕ ਫੁਲਕਾ ਖਾਣ ਲੱਗ ਗਿਆ ਜੀ। ਡਾਕਟਰ ਨੇ ਕਿਹਾ ਕਿ ਤੁਸੀਂ ਰੱਸੀ ਟੱਪਿਆ ਕਰਨੀ ਆ, ਮੈਂ ਉਹਦੀ ਗੱਲ ਸੁਣਨ ਲੱਗ ਗਿਆ। ਘਰੋਂ ਤਾਂ ਕਾਰ 'ਤੇ ਆਉਂਦਾ ਬੰਦਾ, ਉੱਥੇ ਜਾ ਕੇ ਖੜਾ ਸਾਈਕਲ ਚਲਾਈ ਜਾਂਦਾ। ਅਤੇ ਮੈਂ ਕਿਹਾ ਯਾਰ ਤੂੰ ਘਰੋਂ ਹੀ ਸਾਈਕਲ ਲੈ ਕੇ ਆ ਜਾ ਕਰ। ਉਹ ਨਹੀਂ ਯਾਰ ਸਟੇਟਸ ਜਾਂ ਨਹੀਂ ਬਣਦਾ। ਲੈ ਸਟੇਟਸ ਦੇ ਮਗਰ ਪਿਆ ਬਿਮਾਰ ਬੰਦਾ ਵੀ ਪੈਸੇ ਲੱਗ ਜਾਣਗੇ, ਐ ਨਹੀਂ ਆਉਣਾ। ਤੁਸੀਂ ਉਹਨੂੰ ਪੁੱਛ ਕੇ ਦੇਖੋ ਜਿਹਦੀਆਂ ਲੱਤਾਂ ਹੈ ਨਹੀਂ, ਉਹ ਤਰਸਦਾ ਕਿ ਮੇਰੀਆਂ ਜੇ ਲੱਤਾਂ ਹੁੰਦੀਆਂ ਮੈਂ ਤੁਰਦਾ ਜਾਂਦਾ, ਮੈਂ ਤੁਰ ਕੇ ਸੈਰ ਕਰਦਾ, ਮੈਂ ਸਾਈਕਲ ਚਲਾਉਂਦਾ, ਮੈਂ ਦੌੜਦਾ ਗਰਾਊਂਡ ਦੇ ਵਿੱਚ, ਮੈਂ ਖੇਡਦਾ। ਸਾਨੂੰ ਕਿੰਨੇ ਬੰਦੇ ਆ, ਮੇਰੇ ਖਿਆਲ ਆਪਾਂ 30 ਜਾਣੇ 35 ਜਾਣੇ 20 ਬੰਦੇ ਸ਼ੂਗਰ ਦੇ ਮਰੀਜ਼ ਆ ਸਾਡੇ ਵਿੱਚ। ਹੋ ਸਕਦਾ ਮੈਂ ਤਾਂ 20 ਘੱਟ ਕਹੇ ਆ, ਹੋ ਸਕਦਾ ਅਸੀਂ ਸਾਰੇ ਸ਼ੂਗਰ ਦੇ ਮਰੀਜ਼ ਹੋ। ਹਾਂਜੀ ਤੁਸੀਂ ਚੈੱਕ ਨਹੀਂ ਕਰਾਇਆ, ਤੁਸੀਂ ਚੈੱਕ ਨਹੀਂ ਕਰਾਇਆ। ਕਿੰਨੇ ਦਿਨ ਹੋ ਗਏ ਪਹਿਲਾਂ ਚੈੱਕ ਕਰਾਏ ਨੇ? ਐਵੇਂ ਦੇਖੋ ਦੇਖੀ ਕਹੀ ਜਾਂਦੇ ਆ। ਜਿਹਦੀ ਉਮਰ 40 ਸਾਲ ਤੋਂ ਵੱਧ ਗਈ ਨਾ, ਹੁਣ ਅੱਜ ਮੈਂ ਕਹਿ ਰਿਹਾ ਤੁਹਾਨੂੰ, ਜਿਹਦੀ ਉਮਰ 40 ਸਾਲ ਤੋਂ ਵੱਧ, ਉਹ ਸ਼ੂਗਰ ਦਾ ਮਰੀਜ਼ ਆ। ਲਿਖਵਾ ਲਓ ਜਿੱਥੇ ਜਾ ਕੇ ਚੈੱਕ ਕਰਾ ਲਓ। ਤੁਸੀਂ ਕਿਵੇਂ ਕਹਿ ਦਿਓਗੇ ਜਦ ਤੰਦਰੁਸਤ? ਸਾਰਾ ਦਿਨ ਟੈਨਸ਼ਨ ਦੇ ਵਿੱਚ ਆ, ਫਿਰ ਵੀ ਅਸੀਂ ਮੰਨਦੇ ਨਹੀਂ। ਬਸ ਗੱਲ ਤਾਂ ਇਹ ਆ ਵੀ ਜੇ ਕਿਸੇ ਨੂੰ ਕਹੇ ਤੂੰ ਯਾਰ ਡਿਪਰੈਸ਼ਨ 'ਚ ਆ, ਨਹੀਂ ਯਾਰ ਤੈਨੂੰ ਐਵੇਂ ਲੱਗਦਾ, ਇਹਦਾ ਮਤਲਬ ਹੈਗਾ ਬੰਦਾ। ਮੈਨੂੰ ਪਤਾ ਮੇਰੀ ਹੁਣ 65 ਸਾਲ ਦੀ ਉਮਰ ਹੋ ਗਈ ਆ, ਮੈਂ ਫਿਰ ਵੀ ਸੁਚੇਤ ਰਹਿਣਾ ਵੀ ਯਾਰ ਮਿੱਠਾ ਚਾਹ 'ਚ ਨਾ ਪਾਇਆ ਜਾਵੇ। ਬਹੁਤੀਆਂ ਰੋਟੀਆਂ ਨਾ, 3-4 ਨਾ ਖਾਧੀਆਂ ਜਾਣ, 2 ਖਾ ਲਓ, 2 ਦੁਪਹਿਰੇ ਖਾ ਲਾਂਗੇ ਯਾਰ। ਤੰਦਰੁਸਤ ਰੱਖਣ ਲਈ ਸਰੀਰ, ਯਾਰ ਸਾਡੇ ਕੋਲ ਸਾਈਕਲ ਆ, ਉਹ 'ਚ ਜੇ ਹਵਾ ਨਾ ਭਰੀਏ ਟਾਇਰ ਬਹਿ ਜਾਂਦਾ। ਜੇ ਅਸੀਂ ਸਕੂਟਰ, ਅਸੀਂ ਕਹਿੰਦੇ ਯਾਰ ਇਹਦੀ ਸਰਵਿਸ ਕਰਾਉਣ ਵਾਲੀ ਆ, ਸਾਡੀ ਬਾਡੀ ਵੀ ਇਸ ਤਰ੍ਹਾਂ ਭਾਲਦੀ ਆ ਦੀ ਸਰਵਿਸ ਕਰਾਈ ਜਾਵੇ, ਚੈੱਕਅਪ ਕਰਵਾ ਲਈਏ। ਜੇ ਕਿਸੇ ਨੂੰ ਕਹਦੇ ਯਾਰ ਤੂੰ ਚੈੱਕ ਨਹੀਂ ਕਰਾਉਂਦਾਗਾ, ਉਹ ਛੱਡ ਪਰਾਂ ਯਾਰ, 20 ਬਿਮਾਰੀਆਂ ਕੱਢ ਦੂ ਡਾਕਟਰ। ਕਈ ਬੰਦੇ ਤਾਂ ਅਸੀਂ ਇਸੇ ਕਰਕੇ ਨਹੀਂ ਚੈੱਕਅਪ ਕਰਾਉਂਦੇ ਵੀ ਯਾਰ ਡਾਕਟਰ ਨੇ ਕਹਿ ਦਿੱਤਾ ਤੇਰਾ ਤਾਂ ਯਾਰ ਪਟਾਕਾ ਪੈਣ ਵਾਲਾ ਸੀ। ਉਹ ਯਾਰ ਤੂੰ ਤਾਂ ਚੰਗਾ ਭਲਾ ਸੀ। ਉਹ ਯਾਰ ਮੈਂ ਫਲਾਣੇ ਦੇ ਕਹਿਣ 'ਤੇ, ਉਹ ਡਾਕਟਰ ਸਾਹਿਬ ਇੱਕ ਦਿਨ ਆਏ ਸੀ, ਮੈਂ ਉਹਨਾਂ ਦੇ ਕਹਿਣ 'ਤੇ ਚੈੱਕ ਕਰਾ ਲਿਆ, ਮੈਨੂੰ ਤਾਂ ਯਾਰ ਬਲੱਡ ਸ਼ੂਗਰ ਵੀ ਆ, ਮੇਰਾ ਤਾਂ ਬਲੱਡ ਪ੍ਰੈਸ਼ਰ ਵੀ ਬਹੁਤਾ ਵਧਿਆ। ਤੁਹਾਡੇ ਡਿਪਾਰਟਮੈਂਟ 'ਚ ਤਾਂ ਯਾਰ ਬਲੱਡ ਪ੍ਰੈਸ਼ਰ ਉਹੀ ਵਧਿਆ ਹੁੰਦਾ, ਕੋਈ ਬੰਦਾ ਨਹੀਂ ਇਹੋ ਜਿਹਾ ਜਿਹਦਾ ਬਲੱਡ ਪ੍ਰੈਸ਼ਰ ਨਹੀਂ ਵਧਿਆ। ਕਿਉਂਕਿ ਇਹ ਪਤਾ ਸਾਨੂੰ ਵੀ ਕਿ ਕਿਹੜਾ ਡਿਪਾਰਟਮੈਂਟ ਆ ਜਿਹਦਾ ਬਲੱਡ ਪ੍ਰੈਸ਼ਰ ਵਧਿਆ ਹੁੰਦਾ। ਹੁਣ ਤੁਸੀਂ ਕਹੋਗੇ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ? ਹੁਣ ਮੇਰੇ ਨਾਲ ਬਹਿ ਜਾਓ, ਆਪਾਂ ਮੂਹਰੇ ਕੋਈ ਬੰਦਾ ਜਾ ਰਿਹਾ, ਆਪਾਂ ਇੱਕ ਵਾਰ ਹਾਰਨ ਦਿੱਤਾ, ਉਹਨੇ ਨਹੀਂ ਰਾਹ ਦਿੱਤਾ,
ਆਪਾਂ ਦੂਜੀ ਵਾਰ ਹਾਰਨ ਦੇਤਾ, ਤੀਜੀ ਵਾਰ ਨਾਲ ਬੈਠੇ ਨਹੀਂ ਤੁਸੀਂ ਗਾਲ ਕੱਢ ਦੇਣੀ ਉਹਨੂੰ ਵੱਡੀ ਸਾਰੀ। ਹੁਣ ਮੈਂ ਉਹ ਗਾਲ ਤਾਂ ਨਹੀਂ ਕੱਢਣੀ ਗੀ, ਤੁਹਾਨੂੰ ਤਾਂ ਆਪ ਹੀ ਪਤਾ ਲੱਗ ਗਿਆ ਕਿਹੜੀ ਗਾਲ ਕੱਢਣੀ ਆ ਉਹਨੂੰ। ਉਹ ਯਾਰ ਉਹਦਾ ਕੀ ਕਸੂਰ ਆ, ਉਹਦੇ ਮੂਹਰੇ ਅੱਗੇ ਦੋ ਲੱਗੀਆਂ ਹੋਈਆਂ, ਅਸੀਂ ਚੱਕ ਦੇਣੇ ਫੱਟੇ। ਇਹ ਬਲੱਡ ਪ੍ਰੈਸ਼ਰ ਦਾ ਨਿਸ਼ਾਨੀ। ਬਲੱਡ ਪ੍ਰੈਸ਼ਰ ਤੋਂ ਬਚੋ, ਸ਼ੂਗਰ 'ਤੇ ਕੰਟਰੋਲ ਰੱਖੋ, ਮਿੱਠਾ ਨਾ ਖਾਵੋ। ਜੇ ਖਾਣ ਨੂੰ ਕਦੇ ਐ ਨਹੀਂ ਵੀ ਨਾ ਜਮਾ ਹੀ ਨਾ ਖਾਓ, ਖਾਣਾ ਕਿਤੇ ਕਿਤੇ ਦਿਲ ਕਰਦਾ ਖਾ ਲਓ। ਗੁੜ ਵੀ ਹੁਣ ਤਾਂ ਲੂਣ ਤੋਂ ਬਣੀ ਜਾਂਦਾ ਮੈਡਮ, ਗੁੜ ਵੀ ਤੁਸੀਂ ਦੇਖੋ। ਅਸੀਂ ਕਹਿੰਦੇ ਹਾਂ ਵੀ ਸਾਡੇ ਕੋਲ ਟਰਾਲੀਆਂ ਭਰ ਕੇ ਇੱਥੇ ਗੁੜ ਦੀਆਂ ਆਉਂਦੀਆਂ, ਅਸੀਂ ਕਹਿੰਦੇ ਜਾਂ ਲੈ ਲਓ ਇੱਥੋਂ, ਕਿੱਥੇ ਜਾਵਾਂਗੇ ਦੁਕਾਨ 'ਤੇ। 50% ਲੂਣ ਪਾ ਕੇ ਕੈਮੀਕਲ ਪਾ ਕੇ ਉੱਤੇ ਗੁੜ ਬਣਾਈ ਜਾਂਦੇ ਆ ਕਿਤੇ ਵੀ। ਬਸ ਉਹੀ ਚੀਜ਼ ਚੰਗੀ ਆ ਜਿਹੜੀ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਬਣਾਉਂਦੇ ਆ। ਮਾੜਾ ਜਿਹਾ ਕਿਸੇ ਨੂੰ ਕਹਿ, ਮੈਂ ਤਾਂ ਕਹਿੰਦਾ ਯਾਰ ਤੁਹਾਨੂੰ ਬਿਮਾਰ ਕਰਨ ਦਾ ਤਾਂ ਯਾਰ ਦੋ ਹੀ ਗੱਲਾਂ ਨੇ। ਮੈਂ ਇਹਨਾਂ ਨੂੰ ਸਾਨੂੰ ਕਹਿ ਦਿੰਦਾ ਲੈ ਵੀ ਆਪਾਂ ਇਹ ਬਾਈ ਨੂੰ ਬਿਮਾਰ ਕਰਨਾ, ਇਹ ਪਹਿਲਾਂ ਚਲੇ ਗਏ ਯਾਰ ਤੇਰੀ ਸਿਹਤ ਨੂੰ ਕੀ, ਤੇਰੀਆਂ ਅੱਖਾਂ ਪੀਲੀਆਂ ਜਿਹੀਆਂ ਕੋਈ ਲੱਗੀ ਜਾਂਦੀਆਂ ਨੇ। ਇਹ ਹਜੇ ਗਏ ਨਹੀਂ ਗੇ, ਮਗਰੇ ਮੈਂ ਆ ਗਿਆ। ਉਹ ਕਮਾਲ ਹੋ ਗਈ ਯਾਰ ਤੇਰੀਆਂ ਤਾਂ, ਯਾਰ ਤੂੰ ਠੀਕ ਹੈ, ਤੇਰੀਆਂ ਅੱਖਾਂ ਪੀਲੀਆਂ ਲੱਗਦੀਆਂ। 50% ਤਾਂ ਡਿੱਗ ਪਿਆ। ਫਿਰ ਮੈਡਮ ਆ ਗਏ, ਸਰ ਕਮਾਲ ਹੋ ਗਈ ਤੁਹਾਡੀਆਂ ਤਾਂ ਬਹੁਤ ਆ। ਇਹ ਅਗਲੇ ਦਿਨ 5 ਦਿਨ ਦੀ ਲਊ ਛੁੱਟੀ ਸਾਹਿਬ ਤੋਂ, ਜਾਓ ਕੱਢੀ ਐਮਸੀ 'ਚ। ਡਾਕਟਰ ਕਹੂਗਾ ਤੈਨੂੰ ਕਿਹਨੇ ਕਹਿਤਾ ਤੂੰ ਬਿਮਾਰ ਆ ਜੀ? ਮੇਰੇ ਤਾਂ ਮੁਲਾਜ਼ਮ, ਮੇਰੇ ਨਾਲ ਦੇ ਸਾਥੀ ਕਹਿੰਦੇ ਸੀ, ਉਹਨਾਂ ਨੂੰ ਪਤਾ ਲੱਗ ਜੂਗਾ ਕਿ ਬੰਦਾ ਯਾਰ ਹੈ ਨਹੀਂ ਗਾ ਇਸ ਤਰ੍ਹਾਂ ਦਾ। ਇਹ ਵੀ ਅਸੀਂ ਲੋਕਾਂ ਦੇ ਕਹਿਣ ਕਹਾਣ ਬਿਮਾਰ ਤੰਦਰੁਸਤ ਰਹਿਣ ਦਾ ਕੋਈ ਸਾਨੂੰ ਬਹੁਤਾ ਇਹੋ ਜਿਹਾ ਨਿੱਕੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਸਿੱਖੋ। ਇੱਥੋਂ ਯਾਰ ਮੰਨ ਲਓ ਮੈਂ ਕਹਿੰਦਾ ਵੀ ਆਪਣੇ ਲੈਕਚਰ ਦੇ ਵਿੱਚ ਤਾਂ ਤੋਂ ਕੋਈ ਫਰਮਾਨ ਆ ਜਾਵੇ ਵੀ ਤੁਰੰਤ ਸਾਰੇ ਬੰਦਿਆਂ ਨੂੰ ਉੱਧਰ ਚਲੇ ਜਾਓ, ਉਦੋਂ ਹੀ ਅਸੀਂ ਹੋ ਜਾਂਗੇ ਯਾਰ ਆਹ ਨਵਾਂ ਹੀ ਕੰਮ ਆ ਗਿਆ। ਕਿਉਂਕਿ ਅਸੀਂ ਹਰ ਕੰਮ ਨੂੰ ਸਟਰੈਸ 'ਚ ਲੈਂਦੇ, ਸ਼ੌਕ ਨਾਲ ਨਹੀਂ ਕੰਮ ਕਰਦੇ, ਰੁਚੀ ਨਾਲ ਨਹੀਂ ਕੰਮ ਕਰਦੇ। ਜਦੋਂ ਅਸੀਂ ਇਸ ਤਰ੍ਹਾਂ, ਸਾਡੀ ਇੱਕ ਟ੍ਰੇਨਿੰਗ ਲੱਗੀ ਸੀ, ਸਾਡੇ ਕੋਲ ਇੱਕ IAS ਅਫਸਰ ਆਇਆ, ਉਹ ਕਹਿੰਦਾ ਯਾਰ ਆਪਾਂ ਨਾ ਮਿੱਟੀ ਦੇ ਖਿਡੌਣੇ ਬਣਾਉਣੇ ਆ। ਅਸੀਂ ਬੜੇ ਵੀ ਯਾਰ ਸਾਡੇ ਕੋਟ ਪੈਂਟ ਪਾਏ, ਟਾਈਆਂ ਲਾਈਆਂ, ਵੀ ਅਸੀਂ ਯਾਰ ਮਿੱਟੀ ਨਾਲ ਹੱਥ ਲਵੇੜਾਂਗੇ। ਮੈਂ ਇਹਨਾਂ ਨੂੰ ਦੇਖ ਕੇ ਖੜ ਗਿਆ, ਇਹ ਉਹਨਾਂ ਨੂੰ ਦੇਖ ਕੇ ਵੀ ਯਾਰ ਕੋਈ ਨਹੀਂ ਕਰਦੇ ਆ, ਪਰਾਂ ਹੋ ਲੈਣ ਦੇ ਇਹਨਾਂ ਨੂੰ। ਜਦੋਂ ਉਹਨੇ ਆਪ ਸ਼ੁਰੂ ਕਰਤਾ, ਮਗਰੇ ਅਸੀਂ ਸ਼ੁਰੂ ਕਰਤਾ। ਰੋਟੀ ਦਾ ਹੀ ਚੇਤਾ ਭੁੱਲ ਗਿਆ ਕਿੰਨੇ ਵਜੇ ਖਾਣ ਜਾਣਾ ਸੀ ਮੈਸ 'ਚ। ਐਂ ਲੱਗਿਆ ਵੀ ਯਾਰ ਅੱਜ ਚਿੜੀਆਂ ਜੀਆਂ ਬੜੀਆਂ ਸੋਹਣੀਆਂ ਬਣ ਗਈਆਂ। ਅਸਲ ਵਿੱਚ ਉਹ ਬੰਦੇ ਮਨੋਵਿਗਿਆਨੀ ਸੀ, ਉਹਨਾਂ ਨੇ ਸਾਨੂੰ ਸਟਰੈਸ ਤੋਂ ਫਰੀ ਕਰਨਾ ਸੀ ਕਿ ਇਹ ਆਪਦੇ ਘਰ ਤੋਂ 1000 ਕਿਲੋਮੀਟਰ 'ਤੇ ਦੂਰ ਟ੍ਰੇਨਿੰਗ 'ਤੇ ਆਏ ਆ, ਇਹਨਾਂ ਨੂੰ ਘਰ ਦੀ ਯਾਦ ਸਤਾਉਂਦੀ ਹੋ, ਉਹਨਾਂ ਨੇ ਸਾਨੂੰ ਕੰਮ ਲਾਤਾ, ਕਿੱਤੇ ਲਾਤਾ। ਅਗਲੇ ਦਿਨ ਮਣਕੇ ਜੇ ਦੇਤੇ, ਧਾਗਾ ਦੇਤਾ, ਸੂਈ ਦੇਤੀ, ਵੀ ਲਓ ਵੀ ਇਹਦੇ ਹਾਰ ਜਾ ਬਣਾ ਲਓ, ਆਹ ਬਣਾ ਲਓ, ਆਹ ਬਣਾ ਲਿਓ। ਅਸੀਂ ਆਖਿਆ ਯਾਰ ਇਹ ਸਾਡਾ ਕੰਮ ਥੋੜ੍ਹਾ ਆ ਮੇਲ ਮੈਂਬਰਾਂ ਦਾ। ਉਹਨਾਂ ਦਾ ਮਕਸਦ ਸੀ ਕਿ ਸਾਨੂੰ ਕੰਮ 'ਚ ਉਲਝਾਈ ਰੱਖਣ, ਸਾਨੂੰ ਸੋਚਣ ਨਾ ਦੇਣ। ਮਗਰੋਂ ਕਹਿੰਦੇ ਵੀ ਆਹ ਯਾਰ ਤੁਸੀਂ ਆਪੋ ਆਪਣੇ ਘਰਾਂ ਨੂੰ ਲੈ ਜਾਣੇ ਆ। ਉਹ ਬੰਦਾ ਬੜਾ ਮਖੌਲੀਆ ਜਿਹਾ ਸੀਗਾ, ਉਹ ਕਹਿੰਦਾ ਵੀ ਇਹ ਨਾ ਆਪਦੇ ਘਰ ਵਾਲੀ ਨੂੰ ਦੇਣਾ ਜਾ ਕੇ ਹਾਰ, ਜਿਹੜਾ ਤੁਸੀਂ ਬਣਾਇਆ ਵੀ ਆਹ ਚੱਕ ਤੇਰੇ ਲਈ ਲੈ ਕੇ ਆਇਆ ਉੱਥੋਂ। ਕਹਿੰਦਾ ਫੇਰ ਦੇਖੋ ਕਿੰਨੇ ਕੁਝ ਆ। ਸਾਡੇ ਕੋਲ ਹਾਸਾ ਗੁਆਚ ਗਿਆ। ਹੱਸਦੇ ਰਹੋ। ਜਦੋਂ ਉਦਾਸ ਹੁੰਦੇ ਆ ਨਾ, ਫੁੱਲਾਂ ਦੇ ਕੋਲ ਸੈਰ ਕਰ ਲਓ, ਦੋਸਤਾਂ ਨਾਲ ਗੱਲਾਂ ਕਰ ਲਓ, ਚਾਹ ਦੇ ਕੱਪ ਵੇਲੇ ਵੀ। ਕਈ ਬੰਦੇ ਇਹੋ ਜਿਹੇ ਆਪਣੇ 'ਚ ਜਿਹੜੇ ਚਾਹ ਪੀ ਜਾਣਗੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਮੈਂ ਚਾਹ ਪੀ ਲਈ ਹੈ ਯਾਰ। ਬਸ ਫਟਾਫਟ ਧਿਆਨ ਕਿਤੇ ਹੋਰ ਹੁੰਦਾ ਸਾਡਾ। ਰੋਟੀ ਖਾਂਦੇ ਹੁੰਦੇ ਹਾਂ, ਧਿਆਨ ਕਿਤੇ ਹੋਰ ਹੁੰਦਾ। ਬਾਈਕ ਚਲਾ ਰਹੇ ਹਾਂ, ਧਿਆਨ ਕਿਤੇ ਹੋਰ ਹੁੰਦਾ। ਇਹ ਸਭ ਡਿਪਰੈਸ਼ਨ ਦੀਆਂ ਨਿਸ਼ਾਨੀਆਂ। ਡਿਪਰੈਸ਼ਨ ਤੋਂ ਬਚਣ ਲਈ ਤੁਸੀਂ ਨੈਵਰ ਟਾਕ ਡਿਫੀਟ, ਕਦੇ ਵੀ ਉਹ ਗੱਲਾਂ ਨਾ ਕਰੋ ਜਿਹਦੇ ਵਿੱਚ ਤੁਸੀਂ ਹਾਰ ਵਾਲੀਆਂ ਹੋਵੇ। ਆਲਵੇਜ਼ ਸਪੀਕ,
ਆਲਵੇਜ਼ ਟਾਕ ਵਿਕਟਰੀ, ਵੀ ਮੈਂ ਜਿੱਤਣਾ। ਜਿੱਤਣ ਦਾ ਅਰਥ ਆ ਓਪਟੀਮਿਸਟਿਕ, ਹੋਪ, ਫੇਥ, ਬਿਲੀਫ। ਇਹ ਗੱਲਾਂ ਕਰੋ ਕਿ ਮੈਨੂੰ ਵਿਸ਼ਵਾਸ ਹੈ ਯਾਰ, ਮੈਨੂੰ ਤੇਰੇ ਤੇ ਯਕੀਨ ਆ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਾਂਗੇ ਤਾਂ ਫਿਰ ਸਾਨੂੰ ਸਭ ਤੋਂ ਵੱਧ ਮੇਰਾ ਇੱਕ ਦੋਸਤ ਆ, ਉਹਦੀ ਮਿਸਿਸ ਤੁਹਾਡੇ ਡਿਪਾਰਟਮੈਂਟ 'ਚ, ਉਹਨੇ ਦੋਹਾਂ ਨੇ ਲਕੀਰ ਕੱਢ ਲਈ। ਉਹ ਕਹਿੰਦੀ ਮੈਂ ਮਹਿਕਮਾ ਛੱਡਣਾ ਨਹੀਂ, ਉਹ ਕਹਿੰਦਾ ਜਵਾਕ ਰੋਲ ਜਾਣਗੇ, ਜੇ ਨਹੀਂ ਛੱਡਣਾ ਤਾਂ ਮੈਂ ਤੈਨੂੰ ਛੱਡ ਦਿੰਦਾ। ਸਿਰਫ ਕੀ ਸੀ ਕਿ ਦੋਹਾਂ 'ਚ ਹਉਮੈ ਵੀ ਸਾਨੂੰ ਡਿਪਰੈਸ਼ਨ ਵਿੱਚ ਲੈ ਕੇ ਜਾਂਦੀ ਹੈ ਕਿ ਯਾਰ ਮੈਂ ਕਿਸੇ ਤੋਂ ਕੀ ਲੈਣਾ, ਮੈਂ ਘਾਟਾ ਕਿਸੇ ਨਾਲ। ਈਗੋ ਔਰ ਸੁਪਰ ਈਗੋ। ਔਰ ਮੈਨੂੰ ਬਹੁਤ ਆਉਂਦਾ ਹੁੰਦਾ। ਇੱਕ ਦਿਨ ਮੈਂ ਬਾਜ਼ਾਰ 'ਚ ਤੁਰਿਆ ਜਾਂਦਾ ਸੀ, ਡਾਕਟਰ ਸਾਹਿਬ ਤੇਲ ਮਹਿੰਗਾ ਹੋ ਗਿਆ ਤਾਂ ਤੁਰੇ ਜਾਂਦੇ ਆ। ਉਹ ਮੈਂ ਕਿਹਾ ਯਾਰ ਇਹਨਾਂ ਲੱਤਾਂ ਤੋਂ ਕੰਮ ਤਾਂ ਲੈ ਲਾ, ਮੈਂ ਕਿਤੇ ਤੁਰਨਾ ਹੀ ਨਾ ਭੁੱਲ ਜਾ। ਮੈਂ ਕਿਹਾ ਤੁਸੀਂ ਇਹਨੂੰ ਦੇਖੋ, ਜਿਹੜਾ ਵੀਲ ਚੇਅਰ 'ਤੇ ਬੈਠਾ ਇਹ ਅੰਦਰੋਂ ਕਿੰਨਾ ਖਿਝਿਆ ਬੈਠਾ ਕਿ ਯਾਰ ਜੇ ਮੈਂ ਤੰਦਰੁਸਤ ਹੁੰਦਾ ਮੈਂ ਤੁਰ ਕੇ ਜਾਂਦਾ ਬਾਜ਼ਾਰ ਵਿੱਚ। ਕਦੇ ਕਿਸੇ ਦੀ ਰੀਸ ਨਾ ਕਰੋ। ਤੁਹਾਨੂੰ ਕੀ ਪਤਾ ਯਾਰ ਮੈਂ ਕਾਹਦੇ ਨਾਲ ਰੋਟੀ ਖਾ ਕੇ ਆਇਆ, ਕਿਸੇ ਨੂੰ ਵੀ ਨਹੀਂ ਪਤਾ ਯਾਰ। ਸਿਰਫ ਇਹ ਰੱਖੋ ਕਿ ਮੈਂ ਆਪਣੀ ਬੋਡੀ ਨੂੰ ਤੰਦਰੁਸਤ ਰੱਖਣਾ, ਇਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ, ਮੈਂ ਤੁਹਾਨੂੰ ਸੁਝਾਅ ਦੇ ਸਕਦਾ। ਇਹਨੂੰ ਮੰਨਣਾ ਜਾਂ ਨਾ ਮੰਨਣਾ ਤੇ ਤੁਹਾਡੀ ਮਰਜ਼ੀ। ਹਮੇਸ਼ਾ ਵਾਸਤੇ ਜੇ ਤੁਹਾਡਾ ਸਾਥ ਹੋਵੇ, ਤੇਰਾ ਸਾਥ ਹੁੰਦਾ ਤਾਂ ਮੈਂ ਝੂਠ ਦੇ ਟੁਕੜਿਆਂ ਤੇ ਸੱਚ ਲਿਖ ਦੇਣਾ ਸੀ। ਜੇ ਤੇਰਾ ਸਾਥ ਹੁੰਦਾ ਮੈਂ ਝੂਠ ਦੇ ਟੁਕੜਿਆਂ ਤੇ ਸੱਚ ਲਿਖ ਦੇਣਾ ਸੀ। ਕੱਲਿਆਂ ਤਾਂ ਹੱਸਿਆ ਵੀ ਨਹੀਂ ਜਾਂਦਾ ਤੇ ਰੋਇਆ ਨਹੀਂ ਜਾਂਦਾ। ਤੁਸੀਂ ਕਿੰਨਾ ਕੁ ਰੋਲੋਗੇ, ਕਿੰਨਾ ਕੁ ਹੱਸ ਲਓਗੇ ਇਕੱਲੇ? ਜੇ ਐਵੇਂ ਹਾ ਇਕੱਲੇ ਹੱਸੀ ਗਏ, ਅਸੀਂ ਕਹਾਂਗੇ ਸਾਹਿਬ ਇਹਨਾਂ ਨੂੰ ਨਾ ਅੰਮ੍ਰਿਤਸਰ ਭੇਜ ਦਿਓ, ਇਹ ਆਪਣੇ ਨਹੀਂ ਰਹੇ, ਇਹ ਆਪਣੇ ਫਿੱਟ ਨਹੀਂ ਗਏ ਹੁਣ। ਕਿਉਂਕਿ ਉਹ ਇਕੱਲਾ ਹੱਸ ਰਿਹਾ। ਹਾਸਾ ਵੀ ਸਾਨੂੰ ਸਾਰਿਆਂ ਨੂੰ ਮਿਲਦਾ, ਹੱਸਦੇ ਵੀ ਅਸੀਂ ਠਾਕੇ ਮਾਰ ਕੇ ਆ ਕਰ। ਜਦੋਂ ਅਸੀਂ ਇਸ ਤਰ੍ਹਾਂ ਹੱਸਾਂਗੇ ਨਾ, ਇੱਕ ਗਰੁੱਪ 'ਚ ਹੱਸਾਂਗੇ, ਤਾਂ ਫਿਰ ਅਸੀਂ ਕੱਲ੍ਹ ਨੂੰ ਇੰਤਜ਼ਾਰ ਕਰਾਂਗੇ ਤੁਹਾਡੀ ਵੀ ਯਾਰ ਆਓ 2 ਮਿੰਟ ਹੱਸ ਲਿਆ ਕਰ। ਤੁਹਾਡੇ ਜੇ ਅਸੀਂ ਖਿੱਚਦੇ ਹਾਂ ਤਾਂ ਸਾਡੇ ਜਿਹੜੇ ਅੰਦਰਲੇ ਸੈੱਲ ਨੇ ਉਹ ਇੰਨੇ ਸ਼ਰਿੰਕ ਹੋ ਜਾਂਦੇ ਆ, ਤਾਂ ਹੀ ਅਸੀਂ ਕਹਿੰਦੇ ਹਾਂ ਯਾਰ ਕਿਵੇਂ ਸੜਿਆ ਜਿਹਾ ਮੂੰਹ ਬਣਾਈ ਫਿਰਦਾ ਹੈ। ਉਹਦੇ ਵੱਸ ਦੀ ਗੱਲ ਨਹੀਂ। ਉਹ ਅੰਦਰੋਂ ਉਹਦੇ ਸਾਰੇ ਸੈੱਲ ਹੀ ਇੰਨੇ ਇਕੱਠੇ ਹੋ ਜਾਂਦੇ ਆ ਕਿ ਉਹਦੇ ਚਿਹਰਾ ਮੋਹਰਾ ਹੀ ਬਦਲ ਕੇ ਰੱਖ ਦਿੰਦੇ ਆ। ਅਤੇ ਜਦੋਂ ਖੁਸ਼ ਹੁੰਦਾ ਉਹ ਅੰਦਰਲੇ ਸੈੱਲ ਫਿਰ ਖਿੜ ਜਾਂਦੇ ਆ। ਉਹਦਾ ਹੀ ਪ੍ਰਤੀਕਰਮ ਹੁੰਦਾ। ਜਿਹੜੀ ਦੁੱਧ ਤੇ ਮਲਾਈ ਹੁੰਦੀ ਹੈ ਨਾ, ਇਹ ਦੁੱਧ ਦਾ ਪ੍ਰਤੀਕਰਮ ਉਬਾਲੇ ਨਾਲ ਦਾ। ਕੋਈ ਬਾਹਰੋਂ ਤਾਂ ਪਾਉਂਦਾ ਹੀ ਨਹੀਂ, ਉਹਨੂੰ ਕੱਢਦਾ ਰਹਿੰਦਾ ਤੇ ਖੁਸ਼ ਰਹਿੰਦਾ। ਇਸ ਕਰਕੇ ਸਰ ਤੁਸੀਂ ਦੱਸ ਦਿਓ ਕਿੰਨਾ ਕੁ ਟਾਈਮ ਲਾਉਣਾ ਆਪਾਂ ਫਿਰ ਉਹਦੇ ਪਾਸ? 10 ਮਿੰਟ ਰਹਿੰਦੇ। ਅੱਛਾ, ਮੈਨੂੰ ਤਾਂ ਐਂ ਲੱਗਦਾ ਵੀ ਇਹਨੂੰ ਤਾਂ ਨਾ ਜਿੰਨਾ ਮਰਜ਼ੀ ਲਮਕਾਈ ਚਲੋ, ਇਹ ਨਾ ਆਰਟ ਆਫ ਲਾਈਫ ਆ ਸਾਡਾ। ਪਾਰਟ ਆਫ ਲਾਈਫ ਵੀ ਆ ਤੇ ਆਰਟ ਆਫ ਲਾਈਫ ਵੀ ਆ ਸਾਡਾ। ਜਿਹਨੂੰ ਸਮੱਸਿਆ ਨਹੀਂ ਨਾ ਕੋਈ, ਉਹਦੀ ਵੀ ਕੋਈ ਜ਼ਿੰਦਗੀ ਨਹੀਂ ਯਾਰ। ਤੇ ਜਿਹਦੀ ਸਮੱਸਿਆਵਾਂ ਦੇ ਵਿੱਚ ਹੀ ਘਿਰਿਆ ਹੋਇਆ, ਉਹਦੀ ਵੀ ਜ਼ਿੰਦਗੀ ਬੜੀ ਔਖੀ ਹੈ। ਖੁਸ਼ ਰਹਿਣ ਵਾਸਤੇ ਤੁਸੀਂ 1000 ਰੁਪਈਆ ਲੈ ਜਾਓ ਮੈਨੂੰ ਕਿਸੇ ਦੁਕਾਨ ਤੋਂ ਖੁਸ਼ੀ ਲੱਭ ਕੇ ਲਿਆ ਦਿਓ, ਖਰੀਦ ਕੇ ਲਿਆ ਦਿਓ, ਨਹੀਂ ਮਿਲੂਗੀ। ਲੱਖਾਂ ਰੁਪਈਏ ਲੈ ਕੇ ਵੀ ਖੁਸ਼ੀ ਨਹੀਂ ਮਿਲਣੀ। ਖੁਸ਼ੀ ਕਿੱਥੇ ਹੈ? ਜਿੱਥੇ ਸਾਡੇ ਆਪਣੇ ਆ। ਮੈਂ ਤੁਹਾਨੂੰ ਆਉਣ ਸਾਰੀ ਕਿਹਾ ਸੀ ਵੀ ਮੈਂ 2 ਜਣਿਆਂ ਨੂੰ ਜਾਣਦਾ, ਕਿਉਂਕਿ ਮੈਡਮ ਪਰਮਜੀਤ ਦੇ ਨਾਲ ਅਸੀਂ ਕਈ ਥਾਵਾਂ ਦੇ ਉੱਤੇ
ਸੈਮੀਨਾਰ ਦੇ ਵਿੱਚ ਮੈਨੂੰ ਸੱਦਦੇ ਰਹੇ ਹੈ ਬੋਲਣ ਵਾਸਤੇ। ਇਹਨਾਂ ਬਾਰੇ ਤਾਂ ਇਹਨਾਂ ਨੇ ਦੱਸ ਦਿੱਤਾ। ਤੁਸੀਂ ਕਦੇ ਵੀ ਜੇ ਤੁਹਾਡੇ ਵਿੱਚ ਤੁਸੀਂ ਡਿਪਰੈਸ਼ਨ ਤੋਂ ਬਚੇ ਆ ਨਾ, ਤੁਸੀਂ ਖੁਸ਼। ਮੈਨੂੰ ਤਾਂ ਬੜਾ ਹਾਸਾ ਆਵੇ, ਇੱਕ ਦਿਨ ਮੈਂ ਕਦੇ ਕਦੇ ਬੱਸ 'ਚ ਸਫ਼ਰ ਕਰਦਾ ਹੁੰਦਾ, ਲੋਕਾਂ ਨੂੰ ਦੇਖਣ ਦਾ ਮਨ ਹੈ। ਮੋਗੇ ਬੱਸ ਸਟੈਂਡ ਤੋਂ ਮੈਂ ਬੈਠਾ ਬੱਸ 'ਚ, 2 ਵਾਲੀ ਸੀਟ ਦੇ ਉੱਤੇ 2 ਮੀਆਂ ਬੀਬੀ ਬੈਠੇ। ਉਹ ਕੁੜੀ ਦਾ ਨਵਾਂ ਹੀ ਵਿਆਹ ਹੋਇਆ ਸੀ। ਉਹ ਭਾਈ ਸਾਹਿਬ ਨੇ ਟਿਕਟ ਲੈ ਲਈ ਵੀ 2 ਲੁਧਿਆਣੇ ਦੀਆਂ ਟਿਕਟਾਂ ਦੇ ਦਿਓ। ਉਹਨੇ ਆਪਦਾ ਫੋਨ ਕੱਢਿਆ, ਮੋਗੇ ਤੋਂ ਲੁਧਿਆਣੇ ਤੱਕ ਦੋਹਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਮੈਂ ਕਿਹਾ ਇਹ ਤੂੰ ਹੀ ਡਿਪਰੈਸ਼ਨ ਦੇ ਮਰੀਜ਼ ਆ ਯਾਰ, ਵੀ ਤੁਹਾਡੀ ਨਿਊਲੀ ਮੈਰਿਡ ਆ ਤੁਸੀਂ, ਜਦ ਤੁਸੀਂ ਗੱਲ ਹੀ ਨਾ ਕਰੋ ਕੋਈ। ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਹੀ ਕਹਿ ਦੇ, ਤੂੰ ਹੀ ਪੁੱਛ ਲੈ ਕੰਡਕਟਰ ਨੂੰ, ਆਖਿਆ ਵੀ ਟਿਕਟ ਲੈ ਲਈ ਕਿ ਨਹੀਂ, ਇੱਕ ਵਾਰੀ ਲਿੰਕ ਤੋੜ ਇਹਨਾਂ ਦਾ ਨਾ। ਬਸ ਉਹਨੇ ਵੀ ਆਪਦਾ ਇਹ ਚੀਜ਼, ਕੋਈ ਪਤਾ ਨਹੀਂ ਕੌਣ ਬੈਠਾ ਕੌਣ ਨਹੀਂ ਬੈਠਾ, ਕਿੱਥੇ ਬੱਸ ਰੁਕੀ ਆ ਕਿੱਥੇ ਨਹੀਂ। ਯਾਰ ਜੇ ਫੋਨ 'ਤੇ ਹੀ ਸਾਰਾ ਦਿਨ ਲੱਗੇ ਫਿਰ ਕੀ। ਤੁਸੀਂ ਮੈਨੂੰ ਮਿਲਣ ਆਏ ਆ, ਮੈਂ ਯਾਰ ਝਾਵੇਂ ਜਿਹੇ ਦੇ ਦਾਲੀ ਤੁਰਿਆ ਫਿਰਾਂ, ਕੀ ਫਾਇਦਾ। ਤੁਸੀਂ ਆਪ ਹੀ ਮਹਿਸੂਸ ਕਰੋਗੇ ਵੀ ਯਾਰ ਮੈਂ ਤਾਂ ਡਾਕਟਰ ਸਾਹਿਬ ਨੂੰ ਮਿਲਣ ਗਿਆ ਸੀ, ਇਹ ਫੋਨ 'ਤੇ ਹੀ ਲੱਗਿਆ ਪਿਆ। ਘਰ ਦੇ 5 ਜੀ ਆ, 5 ਫੋਨ 'ਤੇ ਅੱਡੋ ਅੱਡੀ ਬੈਠੇ ਆ ਤੁਹਾਡੇ ਕੋਲ, ਕਿਸੇ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਤੁਹਾਡੇ ਕੋਲ। ਅਤੇ ਡਿਪਰੈਸ਼ਨ 'ਚ ਨਹੀਂ ਜਾਣਾ ਤੇ ਹੋਰ ਕੀ ਕਰਾਂਗੇ। ਨਿੱਕੀਆਂ ਨਿੱਕੀਆਂ ਖੁਸ਼ੀਆਂ ਮਾਣਨਾ ਸਿੱਖ ਗਏ ਅਸੀਂ। ਨਿੱਕੀ ਜਿਹੀ ਖੁਸ਼ੀ ਨੂੰ ਸੈਲੀਬ੍ਰੇਟ ਕਰੋ। ਕਿਸੇ ਨਾ ਕਿਸੇ ਬੰਦੇ ਕੋਲੇ ਕਹਿ ਦਿਓ ਵੀ ਚੱਲ ਯਾਰ ਅੱਜ ਕੁਛ ਨਹੀਂ ਕਰਨਾ ਗਾ, ਅੱਜ ਦਲਜੀਤ ਸਿੰਘ ਜੀ ਤੁਹਾਡੇ ਕੋਲੇ ਜਾਣਾ, ਐਲਓ ਸਾਹਿਬ ਅੱਜ ਪਲਾਓ ਚਾਹ ਸਾਹਿਬ, ਬੜੇ ਖੁਸ਼। ਜਿੱਥੇ ਮੈਂ ਟੀਚ ਕੀਤਾ ਕਾਲਜ ਦੇ ਵਿੱਚ ਬੱਚੇ ਵੱਡੇ ਹੋ ਜਾਂਦੇ ਆ ਸਕੂਲਾਂ ਦੇ ਬੱਚਿਆਂ ਨਾਲ। ਮੇਰਾ ਪੀਰੀਅਡ ਸੀ ਅਗਲਾ, ਮੈਂ ਚਾਹ ਦਾ ਕੰਟੀਨ 'ਤੇ ਗਿਆ, ਮੈਂ ਕਿਹਾ ਚਾਹ ਪੀਣੀ ਆ। 2-3 ਜਾਰੇ ਹੋਰ ਮੁੰਡੇ ਆ ਗਏ, ਕਹਿੰਦੇ ਸਰ ਚਾਹ ਪੀਣੀ ਹੈ। ਮੈਂ ਕਿਹਾ ਯਾਰ ਇਹਨਾਂ ਦੇ ਵੀ 4 ਕੱਪ ਕਰ ਦੇ। ਉੱਥੇ ਹੋਰ ਆ ਗਏ, ਸਾਰੀ ਕਲਾਸ ਹੀ ਆ ਗਈ ਐਕਚੁਅਲੀ, 40-45 ਬੱਚੇ ਆ ਗਏ। ਮੈਂ ਕਿਹਾ ਸਾਰਿਆਂ ਨੂੰ ਚਾਹ ਪਿਲਾ ਦੇ ਯਾਰ। ਉੱਥੇ ਖੜ੍ਹ ਕੇ ਅਸੀਂ ਗੱਲਾਂ ਕਰਦੇ ਰਹੇ। ਸਾਡਾ ਟੌਪਿਕ ਸੀਗਾ ਵੀ ਪਰਸਨੈਲਿਟੀ ਦੀ ਡਿਵੈਲਪਮੈਂਟ ਕਿਵੇਂ ਹੋਣੀ ਚਾਹੀਦੀ ਹੈ ਸਾਡੀ, ਵੀ ਸ਼ਖਸੀਅਤ ਕਹਿੰਦੇ ਕਿਹਨੂੰ ਆ ਤੁਸੀਂ। ਤਾਂ ਉਹ ਗੱਲਾਂ ਕਰਦੇ 40-45 ਮਿੰਟ ਦਾ ਪੀਰੀਅਡ ਸੀ, ਸਾਨੂੰ 1.5 ਘੰਟਾ ਲੱਗ ਗਿਆ। ਉਹ ਪ੍ਰਸ਼ਨ ਕਰੀ ਗਏ, ਮੈਂ ਜਵਾਬ ਦੇਈ ਗਿਆ। ਪ੍ਰਿੰਸੀਪਲ ਦਾ ਸਾਡੇ ਦਾ ਫੋਨ ਆਇਆ, ਕਹਿੰਦਾ ਯਾਰ ਡਾਕਟਰ ਸਾਹਿਬ ਅੱਜ ਪੀਰੀਅਡ ਨਹੀਂ ਮਿਸ ਕਰ ਗਏ। ਮੈਂ ਕਿਹਾ ਨਹੀਂ ਜੀ ਪੀਰੀਅਡ ਨਹੀਂ ਮਿਸ ਕੀਤਾ, ਅਸੀਂ ਬਾਹਰ ਹੀ ਪੜ੍ਹ ਲਿਆ। ਬੱਚਿਆਂ ਨੇ ਜਾ ਕੇ ਪ੍ਰਿੰਸੀਪਲ ਨੂੰ ਕਿਹਾ ਜੀ ਅਸੀਂ ਡਾਕਟਰ ਸਾਹਿਬ ਦਾ ਪੀਰੀਅਡ ਨਾ ਬਾਹਰ ਹੀ ਓਪਨ 'ਚ ਲਾਇਆ ਕਰਨਾ, ਕਲਾਸ 'ਚ ਨਹੀਂ ਬੈਠ ਕੇ ਲਾਇਆ ਕਰਨਾ, ਸਾਨੂੰ ਆਨੰਦ ਹੀ ਬੜਾ ਆਇਆ। ਉਹਦਾ ਕਾਰਨ ਕੀ ਹੈ ਕਿ ਤੁਸੀਂ ਜਿੰਨਾ ਚਿਰ ਅੰਦਰੋਂ ਨਹੀਂ ਖੁੱਲ੍ਹਦੇ ਕਿਸੇ ਦੇ ਨਾਲ, ਉਹਨਾਂ ਚਿਰ ਤੁਸੀਂ ਦੂਜੇ ਨੂੰ ਅਪਣਾ ਨਹੀਂ ਸਕਦੇ। ਅਪਣਾਉਣ ਦੇ ਲਈ ਸਾਨੂੰ ਅੰਦਰੋਂ ਖੁੱਲ੍ਹਣਾ ਚਾਹੀਦਾ। ਅੰਦਰੋਂ ਅਸੀਂ ਤਾਂ ਖੁੱਲ੍ਹਾਂਗੇ ਜੇ ਡਿਪਰੈਸ਼ਨ ਤੋਂ ਦੂਰ ਰਹਾਂਗੇ। ਜੇ ਘੁੱਟੇ ਰਹਾਂਗੇ, ਕਈ ਵਾਰ ਸਾਡੇ ਦਿਲ ਦੇ ਵਿੱਚ ਕੁਛ ਹੋਰ ਹੁੰਦਾ, ਮੂੰਹ 'ਤੇ ਕੁਛ ਹੋਰ ਹੁੰਦਾ। ਅਸੀਂ ਕਹਿੰਦੇ ਯਾਰ ਦਿਲ ਦੀ ਗੱਲ ਤਾਂ ਇਹਨੇ ਦੱਸੀ ਨਹੀਂ। ਉਹਦਾ ਕਾਰਨ ਹੀ ਇਹ ਹੁੰਦਾ ਵੀ ਯਾਰ ਦਿਲ ਦੀ ਗੱਲ ਨਹੀਂ ਦੱਸੀ ਇਹਨੇ, ਕਹਿ ਗਿਆ ਆਪਾਂ। ਤੁਸੀਂ ਆਹ 2-3 ਗੱਲਾਂ ਯਾਦ ਰੱਖ ਲਓ ਵੀ ਜੇ ਕਿਸੇ ਨੂੰ ਐਵੇਂ ਬਿਨਾਂ ਵਜ੍ਹਾ ਥਕਾਵਟ ਹੋ ਰਹੀ ਹੈ, ਉਹਦਾ ਕੰਮ ਦੇ ਵਿੱਚ ਦਿਲ ਨਹੀਂ ਲੱਗਦਾ, ਸੁਭਾਅ ਉਹਦਾ ਚਿੜਚਿੜਾ ਹੋ ਗਿਆ, ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਉਹ ਖਿਝਿਆ ਰਹਿੰਦਾ, ਅਤੇ ਉਹਦੇ ਨਾਲ ਨਾ ਖੁੱਲ੍ਹ ਕੇ ਗੱਲਾਂ ਕਰੋ। ਹੁਣ ਮੈਨੂੰ ਹਾਸਾ ਵੀ ਆਉਂਦਾ ਕਦੇ ਸਾਡੇ ਨਾਲ ਉੱਥੇ ਕਲੀਗ ਸਾਡੇ ਪ੍ਰੋਫੈਸਰ ਮੈਡਮਾਂ ਵੀ ਸੀਗੀਆਂ। ਉਹਨਾਂ ਨੇ ਇੱਕ ਪਲੈਨਿੰਗ ਕਰ ਲਈ ਵੀ ਡਾਕਟਰ ਸਾਹਿਬ ਨੂੰ ਅੱਜ ਘੇਰਨਾ। ਘੇਰਨ ਦਾ ਮਤਲਬ ਸੀ ਵੀ ਅੱਜ ਇਹਦੇ ਜੁਮੇ ਗੋਲ ਕਰਨੇ ਆ। ਮੈਂ ਇਸ ਵਕਤ 'ਤੇ ਨਿਕਲਣਾ ਸੀਗਾ ਡਿਊਟੀ 'ਤੇ। ਮੈਂ ਕਿਹਾ ਵੀ ਮੈਨੂੰ ਹੋਰ ਕੰਮ ਸੀ 1-2, ਮੈਂ ਇਸ ਵਕਤ 'ਤੇ ਫਟਾਫਟ ਤਿਆਰ ਹੋਇਆ ਅਤੇ ਜਰਾਬਾਂ ਨਾਲ ਗਲਤ ਪੈ ਗਈਆਂ। ਇੱਕ ਨੇਵੀ ਬਲੂ ਰੰਗ ਦੀ ਪੈ ਗਈ, ਇੱਕ ਗਰੇ ਰੰਗ ਦੀ ਪੈ ਗਈ ਜਰਾਬ। ਹੁਣ ਜਿੰਨਾ ਚਿਰ ਮੈਂ ਕੁਰਸੀ 'ਤੇ ਨਹੀਂ ਬੈਠਦਾ, ਤੁਹਾਨੂੰ ਕਿਸੇ ਨੂੰ ਕੀ ਪਤਾ ਵੀ ਕਿਹੜੇ ਰੰਗ ਦੀਆਂ ਜਰਾਬਾਂ ਪਈਆਂ। ਮੈਂ ਆਰਾਮ ਨਾਲ ਬੈਠਾ ਕੁਰਸੀ ਜੀ 'ਤੇ, ਧੁੱਪ ਜੀ ਸੀਗੀ,
ਤੇ ਉਹ ਸਾਰੀਆਂ ਮੈਡਮਾਂ ਨਾਲ ਹੱਸਦੀਆਂ ਫਿਰਨ ਵੀ ਅੱਜ ਲੋਟ ਆ ਗਿਆ ਇਹ ਸਾਡੇ। ਮੈਂ ਕਿਹਾ ਵੀ ਮੈਡਮ ਬੜੇ ਖੁਸ਼ ਹਾਂ। ਕਹਿੰਦੇ ਜੀ ਬਸ ਅੱਜ ਸਾਡੇ ਡਿੱਕੇ ਆ ਗਏ ਤੁਸੀਂ। ਜਦੋਂ ਮੈਂ ਦੇਖਿਆ ਵੀ ਇਹ ਕੀ ਯਾਰ ਕੋਈ ਹੋ ਗਿਆ ਮੇਰੇ ਕੋਲ, ਮੈਂ ਦੇਖਿਆ ਵੀ ਪਤਾ ਲੱਗ ਗਿਆ ਮੈਨੂੰ ਵੀ ਮੇਰੀਆਂ ਜਰਾਬਾਂ ਇੱਕ ਹੋਰ ਰੰਗ ਦੀ ਇੱਕ ਹੋਰ ਰੰਗ। ਮੈਂ ਕਿਹਾ ਮੈਡਮ ਜਿਹੜਾ ਕੁਛ ਤੁਸੀਂ ਕਹਿਣਾ ਮੈਂ ਤੁਹਾਨੂੰ ਕਦੇ ਕਿਹਾ? ਤੁਸੀਂ ਕੰਬੀਨੇਸ਼ਨ ਬਣਾ ਕੇ ਰੋਜ਼ ਪਾ ਕੇ ਆ ਜਾਂਦੀ ਆ, ਸਲਵਾਰ ਕਿਸੇ ਹੋਰ ਰੰਗ ਦੀ ਹੁੰਦੀ ਆ, ਕਮੀਜ਼ ਹੋਰ ਰੰਗ ਦੀ ਹੁੰਦੀ ਆ। ਮੈਂ ਕਿਹਾ ਤੁਹਾਨੂੰ? ਜੇ ਮੈਂ ਅੱਜ ਕਹਿੰਦਾ ਮੈਂ ਕਿਹਾ ਕਿ ਗ੍ਰੇ ਤੇ ਨੇਵੀ ਬਲੂ ਜਰਾਬ ਪਾਇਆ ਤੁਸੀਂ, ਮੈਂ ਕਿਹਾ ਖੁਸ਼ ਹੀ ਹੋਈਆਂ ਫਿਰਦੀਆਂ। ਉਹ ਬੜੇਗਾ ਹਾਸੀਆਂ ਵੀ ਸਾਰਾ ਅੱਜ ਸਾਡੇ ਜੁਮੇ ਅਸੀਂ ਗੋਲ ਕਰਨ ਆਈਆਂ ਸੀ, ਅੱਜ ਵੀ ਬਚ ਗਏ ਤੁਸੀਂ। ਇਹਦਾ ਮਤਲਬ ਕੀ ਕਿ ਨਿੱਕੀਆਂ ਨਿੱਕੀਆਂ ਗੱਲਾਂ 'ਚ ਹੱਸਦੇ ਰਹਿਣਾ ਚਾਹੀਦਾ, ਖੁਸ਼ ਰਹਿਣਾ ਚਾਹੀਦਾ। ਮੈਨੂੰ ਤਾਂ ਬੜਾ ਹਾਸਾ ਆਉਂਦਾ ਕਿ ਤੁਹਾਡੇ ਇੱਥੇ ਬੁੱਗੀਪੁਰੇ ਚੌਕ ਦੇ ਵਿੱਚ ਟ੍ਰੈਫਿਕ ਵਾਲੇ ਖੜ੍ਹੇ ਸੀਗੇ ਅਤੇ ਗੱਡੀ ਰੋਕੀ, ਉਹਦੇ ਸੀਟ ਬੈਲਟ ਨਹੀਂ ਸੀ ਲਾਈ। ਇਹ ਤਾਂ ਹੁਣ ਜੇ ਮੈਂ ਸੀਟ ਬੈਲਟ ਨਹੀਂ ਲਾਉਂਦਾ ਜਾਂ ਤਾਂ ਮੈਂ ਅਣਗਹਿਲੀ ਕਰ ਰਿਹਾ ਜਾਂ ਮੈਨੂੰ ਤੇਜ਼ੀ ਆ ਵੀ ਚੱਲ ਯਾਰ ਉੱਥੋਂ ਤੱਕ ਹੀ ਜਾਣਾ ਸਵੇਰੇ ਸਵੇਰੇ, ਹੁਣ ਕਹਿਣਗੇ ਸੀਟ ਬੈਲਟ ਕਿਸ ਨੇ ਦੇਖਣੀ ਆ। ਉਹ ਬੰਦਾ ਮੈਨੂੰ ਬਹੁਤ ਨਾਈਸ ਲੱਗਿਆ ਮੁੰਡਾ ਜਿਹੜਾ ਉੱਥੇ ਡਿਊਟੀ 'ਤੇ ਸੀ। ਉਹਨੇ ਗੱਡੀ ਰੋਕੀ, ਰੋਕ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਪੁੱਛਿਆ ਉਸ ਔਰਤ ਨੂੰ ਜਿਹੜੀ ਨਾਲ ਬੈਠੀ ਸੀ ਬਜ਼ੁਰਗ, ਵੀ ਬੇਬੇ ਉਹ ਤਾਂ ਸੌਖਾ ਨਾ ਘਰੇ, ਤਾਂ ਤੁਸੀਂ ਬੜੀ ਤੇਜ਼ੀ ਨਾਲ ਜਾ ਰਹੇ ਸੀ, ਸਭ ਠੀਕ ਠਾਕ ਹੈ ਨਾ? ਹਾਂ। ਕਹਿੰਦੀ ਪੁੱਤ ਠੀਕ ਆ, ਕੋਈ ਬਿਮਾਰ ਤਾਂ ਨਹੀਂ, ਕੋਈ ਹੌਸਪੀਟਲ ਤਾਂ ਨਹੀਂ? ਉਹ ਕਹਿੰਦੇ ਨਹੀਂ ਹੌਸਪੀਟਲ ਨਹੀਂ, ਬਸ ਅਸੀਂ ਇੱਥੇ ਜਾਣਾ ਹੀ ਕਿਸੇ ਘਰੇ ਹੀ ਜਾਣਾ। ਕਹਿੰਦਾ ਬੇਬੇ ਤੁਸੀਂ ਫਿਰ ਇਹਨੂੰ ਪੁੱਛੋ ਮੁੰਡੇ ਨੂੰ ਵੀ ਸੀਟ ਬੈਲਟ ਨਹੀਂ ਲਾਈ, 1000 ਰੁਪਈਆ ਜੁਰਮਾਨਾ ਇਹਦਾ। ਕਹਿੰਦੀ ਪੁੱਤ ਵਾਕਈ ਸਾਡੀ ਗਲਤੀ ਆ। ਉਹ ਕਹਿੰਦਾ ਸੀਟ ਬੈਲਟ ਦੇ ਨਾਲ ਅਗਲੇ ਨਾਲੋਂ ਤੁਹਾਡਾ ਪਹਿਲਾਂ ਨੁਕਸਾਨ ਹੋਣਾ ਜੇ ਕਿਤੇ ਟਕਰਾ ਗਈ ਗੱਡੀ। ਕਹਿੰਦਾ ਮੈਂ ਹੁਣ ਤੁਹਾਨੂੰ ਕੁਛ ਨਹੀਂ ਕਹਿਣਾ ਬੇਬੇ, ਇਹਨੂੰ ਘਰੋਂ ਤੁਰਨ ਵੇਲੇ ਕਹਿ ਦਿਆ ਕਰਕੇ ਸੀਟ ਬੈਲਟ ਲਾਓ। ਮੈਂ ਕਹਿੰਦਾ ਕਿ ਉਹ ਔਰਤ ਗੱਡੀ 'ਚੋਂ ਬਾਹਰ ਨਿਕਲੀ, ਬੇਬੇ ਕੁੱਟ ਕੇ ਜੱਫੀ ਪਾ ਲਈ। ਕਹਿੰਦੀ ਪੁੱਤ ਤੂੰ ਮੈਨੂੰ ਅੱਜ ਬਹੁਤ ਵਧੀਆ ਮੈਨੂੰ ਸੁਝਾਅ ਦਿੱਤਾ। ਉਹ ਕਹਿ ਵੀ ਸਕਦਾ ਸੀ ਕਿ ਆ ਲਿਆਓ ਜੀ ਆਓ ਇੱਧਰ ਬਾਹਰ ਟਿਕਟ ਕੱਟ ਦਿੰਦਾ, 1000 ਰੁਪਈਆ ਸੀ ਨਾ ਭਰ ਦਿੰਦੇ ਉਹ ਮੰਨ ਲਓ, ਪਰ ਉਹ ਜਿੱਥੋਂ ਤੱਕ ਜਾਣਾ ਸੀ ਗਾਲੋ ਗਾਲੀ ਹੁੰਦੇ ਜਾਣਾ ਸੀ। ਬਸ ਕਿਸੇ ਦੇ ਦੋਸਤਾਂ ਮਿੱਤਰਾਂ ਦੇ ਕੰਮ ਆਵੋ ਅਤੇ ਇੱਥੇ ਹੀ ਸਾਰਾ ਕੁਛ ਆ। ਤੁਹਾਨੂੰ ਆਹ ਗੱਲਾਂ ਯਾਦ ਰਹਿਣੀਆਂ ਚਾਹੀਦੀਆਂ ਨੇ ਕਿ ਯਾਰ ਕਿਸੇ ਸਮੇਂ 'ਤੇ ਅਸੀਂ ਇਕੱਠੇ ਹੋਏ ਸੀ, ਨਹੀਂ ਤਾਂ ਸਭ ਜਿਹੜਾ ਰਿਟਾਇਰ ਹੋ ਜਾਂਦਾ ਚਲਿਆ ਜਾਂਦਾ ਮਗਰੋਂ ਕਿੱਥੇ ਆਉਂਦਾ ਯਾਰ। ਹਮੇਸ਼ਾ ਵਾਸਤੇ ਖੁਸ਼ ਰਹਿਣਾ ਸਿੱਖੋ। ਬਹੁਤ ਬਹੁਤ ਅੱਜ ਦੀ ਜਿਹੜੀ ਇਹ ਕਲਾਸ ਆਪਣੀ ਲੱਗੀ ਹੈ, ਮੈਂ ਉਮੀਦ ਕਰੂੰਗਾ ਕਿ ਤੁਸੀਂ ਜਿਹੜੀਆਂ ਅੱਜ ਗੱਲਾਂ ਬਾਤਾਂ ਜਿਹੜੀਆਂ ਦੱਸੀਆਂ ਡਾਕਟਰ ਸਾਹਿਬ ਨੇ ਉਹਨਾਂ 'ਤੇ ਪੂਰਾ ਅਮਲ ਕਰੋਗੇ ਅਤੇ ਸਟਰੈਸ ਦੇ ਵਿੱਚੋਂ ਨਿਕਲਣਾ ਹੈ। ਠੀਕ ਆ, ਆਪਣੇ ਮਹਿਕਮੇ 'ਤੇ ਬੋਝ ਬਹੁਤ ਹੈ ਮਹਿਕਮੇ ਦਾ, ਅਤੇ ਕੋਸ਼ਿਸ਼ ਕਰ ਰਹੀ ਹੈ ਜਿੰਨਾ ਵੀ ਬਚਿਆ ਜਾਂਦਾ ਅਤੇ ਆਪਾਂ ਇਹ ਤੋਂ ਬਚਾਅ ਕਰਨਾ। ਅਤੇ ਡਾਕਟਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਆਪਣਾ ਜਿਹੜਾ ਕੀਮਤੀ ਟਾਈਮ ਕੱਢ ਕੇ ਅੱਜ ਆਪਣੇ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ। ਥੈਂਕ ਯੂ ਡਾਕਟਰ ਸਾਹਿਬ।